क्वेश्चन नंबर 1 सक्सेसिव एल्केन्स डिफर बाय ਤਾਂ ਹਰ ਐਲਕੇਨ ਦੇ ਵਿੱਚ ਐਡਜੈਸੈਂਟ ਜੋ ਤੁਹਾਡੇ ਐਲਕੇਨ ਫੈਮਿਲੀ ਦੇ ਮੈਂਬਰਸ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡੀ ਹੋਮੋਲੋਗਸ ਸੀਰੀ ਤੇ ਜੋ ਤੁਹਾਡੇ ਹੋਮੋਲੋਗਸ ਸੀਰੀਜ਼ ਦੇ ਮੈਂਬਰਸ ਹੁੰਦੇ ਨੇ ਉਹ ਤੁਹਾਡੇ CH2 ਦੇ ਡਿਫਰੈਂਸ ਦੇ ਨਾਲ ਕੀ ਹੁੰਦੇ ਨੇ ਪ੍ਰੈਜ਼ੈਂਟ ਹੁੰਦੇ ਨੇ ਫੋਰ ਐਗਜ਼ਾਮਪਲ ਸਭ ਤੋਂ ਛੋਟਾ ਮੈਂਬਰ ਐਲਕੇਨ ਦਾ ਤੁਹਾਡਾ ਮੀਥੇਨ CH4 ਉਸ ਤੋਂ ਨੈਕਸਟ ਮੈਂਬਰ ਆਂਦਾ ਹੈ ਤੁਹਾਡਾ ਇਥੇਨ C2H6 ਉਸ ਤੋਂ ਨੈਕਸਟ ਆਂਦਾ ਹੈ ਤੁਹਾਡਾ ਪ੍ਰੋਪੇਨ C3H8 ਐਂਡ ਸੋ ਔਨ ਹੈ ਨਾ ਜੋ ਤੁਹਾਡੀ ਐਲਕੇਨ ਫੈਮਿਲੀ ਹੁੰਦੀ ਹੈ ਉਸਦਾ ਜੋ ਜਨਰਲ ਫਾਰਮੂਲਾ ਹੁੰਦਾ ਉਹ ਕੀ ਹੁੰਦਾ ਹੈ CnH2n+2 ਤਾਂ ਤੁਸੀਂ ਦੇਖ ਸਕਦੇ ਹੋ ਕਿ ਆਹ ਦੋ ਐਡਜੈਸੈਂਟ ਹਾਈਡਰੋਕਾਰਬਨ ਐਲਕੇਨ ਮੈਂਬਰਸ ਨੇ ਉਹਨਾਂ ਵਿੱਚ ਡਿਫਰੈਂਸ ਕਿੰਨੇ ਦਾ ਹੈ ਤੁਹਾਡਾ CH2 ਗਰੁੱਪ ਦਾ ਹੈ ਤਾਂ ਇੱਥੇ ਵੀ ਡਿਫਰੈਂਸ ਕਿੰਨਾ ਹੈ ਤੁਹਾਡਾ CH2 ਗਰੁੱਪ ਦਾ ਹੈ ਤਾਂ ਜੋ ਤੁਹਾਨੂੰ ਕੁਐਸਚਨ ਵਿੱਚ ਪੁੱਛਿਆ ਗਿਆ ਹੈ ਸਕਸੈਸਿਵ ਜੋ ਐਲਕੇਨਸ ਨੇ ਉਹ ਕਾਦੇ ਨਾਲ ਡੈਫਰ ਕਰਦੇ ਨੇ ਤੁਹਾਡੇ CH2 ਗਰੁੱਪ ਦੇ ਨਾਲ ਡੈਫਰ ਕਰਦੇ ਨੇ नेक्स्ट क्वेश्चन है ਤੁਹਾਡਾ ਸੈਕਿੰਡ क्वेश्चन एल्कोहलिक सॉल्यूशन ऑफ caustic potash caustic potash मतलब KOH ਦੀ ਗੱਲ ਕਰਦੇ ਨੇ एल्कोहलिक सॉल्यूशन है तो देखो बड़ा ही क्लास ਦੇ ਵਿੱਚ ਮੈਂ ਡਿਟੇਲ ਚ ਦੱਸਿਆ ਹੈ ਕਿ एल्कोहलिक KOH ਦਾ ਮਤਲਬ ਕੀ ਹੈ ਕਿ ਦੇਖੋ ਇਹ ਕੀ ਹੈ OH ਨੈਗੇਟਿਵ ਹੈ ਪਰ ਜਦੋਂ ਵਰਡ एल्कोहलिक ਲੱਗ ਗਿਆ that means ਕੀ ਹੈ ਇੱਥੇ alcohol group present ਹੋਏਗਾ ਤਾਂ alcohol group present ਹੋਣ ਕਰਕੇ ਜੋ ਤੁਹਾਡਾ ਇੱਥੇ ਬੇਸ ਸੀ OH ਨੈਗੇਟਿਵ ਸੀ ਜੋ ਹੈ ਨਾ ਉਹ ਐਜ਼ ਅ ਬੇਸ ਦੀ ਤਰ੍ਹਾਂ ਬਿਹੇਵ ਕਰੇਗਾ ਰੀਜ਼ਨ ਕੀ ਹੈ ਕਿਉਂਕਿ ਹੁਣ ਇਹ ਅਲਕੋਹਲ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਬਣ ਚੁੱਕਿਆ ਹੈ ਬਲਕੀ ਬਣ ਚੁੱਕਿਆ ਹੈ ਤੇ ਜਦੋਂ ਤੁਹਾਡਾ ਜਿਸ ਤੇ ਵੀ ਨੈਗੇਟਿਵ ਚਾਰਜ ਹੈ ਉਹ ਬਲਕੀ ਹੋ ਜਾਂਦਾ ਹੈ ਤਾਂ ਉਹ ਉੱਥੇ ਨਿਊਕਲੀਓਫਾਈਲ ਦੀ ਤਰ੍ਹਾਂ ਬਿਹੇਵ ਨਹੀਂ ਕਰ ਸਕਦਾ ਉੱਥੇ ਉਹ ਬੇਸ ਦੀ ਤਰ੍ਹਾਂ ਬਿਹੇਵ ਕਰਦਾ ਹੈ ਕਿਉਂਕਿ ਜੋ ਥੋੜਾ ਨਿਊਕਲੀਓਫਾਈਲ ਹੁੰਦਾ ਹੈ ਉਹ ਥੋੜਾ ਸਟੈਰਿਕ ਸੈਂਸਿਟਿਵ ਹੁੰਦਾ ਹੈ ਉਹ ਕੀ ਹੁੰਦਾ ਹੈ ਤੁਹਾਡਾ ਸਟੈਰਿਕ ਸੈਂਸਿਟਿਵ ਹੁੰਦਾ ਹੈ ਤਾਂ ਇਸ ਪੁਆਇੰਟ ਨੂੰ ਥੋੜਾ ਜਿਹਾ ਖਾਸ ਧਿਆਨ ਵਿੱਚ ਰੱਖਣਾ ਹੈ ਕਿ ਜਦੋਂ ਵੀ ਤੁਹਾਡਾ ਇੱਕ ਨਿਊਕਲੀਓਫਾਈਲ ਬਲਕੀ ਬਣ ਜਾਂਦਾ ਹੈ ਤਾਂ ਉੱਥੇ ਉਹ ਨਿਊਕਲੀਓਫਾਈਲ ਦੀ ਤਰ੍ਹਾਂ ਬਿਹੇਵ ਨਾ ਕਰਕੇ ਬੇਸ ਦੀ ਤਰ੍ਹਾਂ ਬਿਹੇਵ ਕਰਦਾ ਹੈ ਤਾਂ ਜਦੋਂ ਤੁਸੀਂ ਐਜ਼ ਅ ਬੇਸ ਉੱਥੇ ਕੰਮ ਕਰਦੇ ਹੋ ਤਾਂ ਆਪਾਂ ਇਹਦੀ ਰਿਐਕਸ਼ਨ ਕੀ ਪੜ੍ਹੀ ਸੀ ਇਟ ਗਿਵਸ ਯੂਅਰ ਡੀਹਾਈਡਰੋਹੈਲੋਜੀਨੇਸ਼ਨ ਰਿਐਕਸ਼ਨ ਦਿੰਦਾ ਹੈ ਤਾਂ ਜਿੱਦਾਂ ਕਿ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਮੰਨ ਲਓ ਇੱਥੇ ਤੁਹਾਡਾ ਇੱਕ ਹਾਈਡਰੋਜਨ ਹੈ ਐਡਜਸਟੈਂਟ ਕਾਰਬਨ ਤੇ ਤੁਹਾਡਾ ਹੈਲੋਜਨ ਪ੍ਰੈਜ਼ੈਂਟ ਹੈ ਤਾਂ ਜਦੋਂ ਤੁਸੀਂ ਇਹਦੇ ਵਿੱਚ ਐਲਕੋਹਲਿਕ KOH ਐਡ ਕਰਦੇ ਹੋ ਐਲਕੋਹਲਿਕ H ਐਜ਼ ਅ ਬੇਸ ਦੀ ਤਰ੍ਹਾਂ ਐਕਟ ਕਰਦਾ ਹੈ ਉਹ ਇਸ ਹਾਈਡਰੋਜਨ ਨੂੰ ਲੈ ਲੈਂਦਾ ਹੈ ਬੌਂਡ ਇਸ ਤਰ੍ਹਾਂ ਸ਼ਿਫਟ ਕਰਦਾ ਹੈ ਤੇ ਤੁਹਾਡਾ H ਤੋਂ ਹਾਈਡਰੋਜਨ ਜੋ ਤੁਹਾਡਾ ਹੈਲੋਜਨ ਐਟਮ ਹੈ ਉਹ ਇਸ ਤਰ੍ਹਾਂ ਨਿਕਲ ਜਾਂਦਾ ਹੈ that means ਤੁਹਾਡਾ ਇੱਥੋਂ ਇੱਕ HX ਮੋਲੀਕਿਊਲ ਨਿਕਲ ਜਾਂਦਾ ਹੈ ਤੁਹਾਡੇ ਸਿਸਟਮ ਦੇ ਵਿੱਚੋਂ to form your alkene system ਤਾਂ ਇਸ ਤਰ੍ਹਾਂ ਦੀਆਂ ਰਿਐਕਸ਼ਨ ਜਿਹਦੇ ਵਿੱਚ ਤੁਹਾਡਾ HX ਮੋਲੀਕਿਊਲ ਰਿਮੂਵ ਹੁੰਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਤੁਹਾਡਾ ਡੀਹਾਈਡਰੋਹੈਲੋਜੀਨੇਸ਼ਨ ਡੀ ਦਾ ਮਤਲਬ ਰਿਮੂਵ ਕਰਨਾ ਹਾਈਡਰੋ ਮਤਲਬ ਹਾਈਡਰੋਜਨ ਨੂੰ ਹੈਲੋਜੀਨੇਸ਼ਨ ਮਤਲਬ ਤੁਹਾਡਾ ਹੈਲੋਜਨ ਗਰੁੱਪ ਨੂੰ ਤਾਂ ਤੁਸੀਂ ਜਦੋਂ ਤੁਹਾਡਾ ਇੱਕ HX ਮੋਲੀਕਿਊਲ ਨੂੰ ਰਿਮੂਵ ਕਰਦਾ ਹੈ ਤੁਹਾਡਾ ਐਲਕੋਹਲਿਕ KOH ਤਾਂ ਕਰਕੇ ਇਸ ਤਰ੍ਹਾਂ ਦੀਆਂ ਰਿਐਕਸ਼ਨਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਡੀਹਾਈਡਰੋਹੈਲੋਜੀਨੇਸ਼ਨ next question number 3 when two possible alkenes can be formed in a reaction the most stable alkene is the preferred product this generalization is known as ਤਾਂ ਤੁਹਾਨੂੰ ਪਤਾ ਹੈ ਕਿ ਜਿਹੜੀ ਤੁਹਾਡੀ ਜ਼ਿਆਦਾ ਸਟੇਬਲ ਐਲਕੀਨ ਹੁੰਦੀ ਹੈ ਜਿਹਦੇ ਵਿੱਚ ਜ਼ਿਆਦਾ ਅਲਫਾ ਹਾਈਡਰੋਜਨ ਪ੍ਰੈਜ਼ੈਂਟ ਹੁੰਦੇ ਨੇ ਤਾਂ ਕਿ ਉਹ ਹਾਈਪਰ ਕੌਂਜੂਗੇਸ਼ਨ ਦੇ ਨਾਲ ਜ਼ਿਆਦਾ ਸਟੇਬਲ ਹੋ ਸਕੇ ਉਹ ਥੋੜਾ ਮੇਜਰ ਪ੍ਰੋਡਕਟ ਬਣਦਾ ਹੈ ਤਾਂ ਇਹ ਵਾਲਾ ਰੂਲ ਕਿਹੜਾ ਹੁੰਦਾ ਹੈ ਸਟੇਬਿਲਿਟੀ ਆਫ ਐਲਕੀਨ ਦੇ ਲਈ ਤੁਹਾਡਾ ਸੈਟਜੈਫ ਰੂਲ ਹੁੰਦਾ ਹੈ ਕਿਹੜਾ ਰੂਲ ਹੁੰਦਾ ਹੈ ਤੁਹਾਡਾ ਸੈਟਜੈਫ ਰੂਲ ਹੁੰਦਾ ਹੈ ਤੇ ਜੋ ਤੁਹਾਡੀ ਮਾਈਨਰ ਐਲਕੀਨ ਬਣਦੀ ਹੈ ਉਹ ਕਿਹੜਾ ਹੁੰਦਾ ਹੈ ਤੁਹਾਡਾ ਹੋਫਮੈਨ ਰੂਲ ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਹੋਫਮੈਨਸ ਐਲਕੀਨ ਉਸ ਨੂੰ ਆਪਾਂ ਬੋਲਦੇ ਹਾਂ ਹੋਫਮੈਨਸ ਐਲਕੀਨ question number 4 when an alkyl chloride is treated with Na in dry ether a symmetrical alkane is obtained the reaction is known as ਤਾਂ ਦੇਖੋ ਬੜੀ ਹੀ ਕਾਮਨ ਰਿਐਕਸ਼ਨ ਹੈ ਕਲਾਸ ਦੇ ਵਿੱਚ ਬੜੀ ਹੀ ਡਿਸਕਸ ਕੀਤੀ ਗਈ ਸੀ ਕਿ ਜਦੋਂ ਤੁਸੀਂ ਅਲਕਾਈਲ ਕਲੋਰਾਈਡ ਦੀ ਰਿਐਕਸ਼ਨ ਸੋਡੀਅਮ ਇਨ ਪ੍ਰੈਜ਼ੈਂਸ ਆਫ ਡਰਾਈ ਈਥਰ ਕਰਦੇ ਹੋ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਇਹਦੇ ਵਿੱਚ ਤੁਹਾਡਾ ਜਨਰਲੀ ਕੀ ਹੁੰਦਾ ਹੈ ਫ੍ਰੀ ਰੈਡੀਕਲ ਮੈਕੈਨਿਜ਼ਮ ਜਦੋਂ ਐਪਟ ਮੰਨਿਆ ਗਿਆ ਇਸ ਰਿਐਕਸ਼ਨ ਦੇ ਲਈ ਤਾਂ ਇੱਥੇ ਕੀ ਜਨਰੇਟ ਹੁੰਦਾ ਹੈ ਤੁਹਾਡਾ ਹਾਈਡਰੋਕਾਰਬਨ ਜਨਰੇਟ ਹੁੰਦਾ ਹੈ ਇੱਕ ਸਿਮੈਟ੍ਰੀਕਲ ਐਲਕੇਨ ਦੀ ਫਾਰਮੇਸ਼ਨ ਹੁੰਦੀ ਹੈ ਤਾਂ ਇਸ ਤਰ੍ਹਾਂ ਦੀਆਂ ਰਿਐਕਸ਼ਨਸ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਵੁਡਸ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈ ਤੁਹਾਡਾ ਇੱਥੇ ਜੋ R ਗਰੁੱਪ ਹੈ ਤੁਹਾਡਾ ਕੀ ਹੁੰਦਾ ਹੈ ਐਲਕਾਈਲ ਪਾਰਟ ਹੁੰਦਾ ਹੈ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਵੁਡਸ ਰਿਐਕਸ਼ਨ ਅਗਰ ਮੰਨ ਲਓ ਇੱਕ ਇੱਥੇ ਜੋ ਤੁਹਾਡਾ ਗਰੁੱਪ ਹੈ R ਵਾਲਾ ਉਹ ਇੱਕ ਅਲਕਾਈਲ ਹੈ
ਤੇ ਜੋ ਤੁਹਾਡਾ ਦੂਸਰਾ ਮੋਲੀਕਿਊਲ ਹੈ ਆਰ ਕਲੋਰਾਈਡ ਦਾ, ਅਗਰ ਉਹ ਤੁਹਾਡਾ ਅਰਾਈਲ ਹੈ ਜਿਹਦੇ ਵਿੱਚ ਬੈਂਜ਼ੀਨ ਰਿੰਗ ਅਟੈਚਡ ਹੈ, ਤਾਂ ਇਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਵੁਡਸ-ਫਿਟਿਗ ਰਿਐਕਸ਼ਨ। ਵੁਡਸ-ਫਿਟਿਗ ਰਿਐਕਸ਼ਨ, ਤਾਂ ਉਸ ਨੂੰ ਆਪਾਂ ਵੁਡਸ-ਫਿਟਿਗ ਰਿਐਕਸ਼ਨ ਬੋਲਦੇ ਹਾਂ ਅਗਰ ਉਹ ਤੁਹਾਡਾ Na ਡਰਾਈ ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦਾ ਹੈ। ਠੀਕ ਹੈ, ਫੋਰ ਐਗਜ਼ਾਮਪਲ ਥੋੜਾ ਜਿਹਾ ਡਿਟੇਲ ਦੇ ਵਿੱਚ ਆਪਾਂ ਹਲਕਾ ਜਿਹਾ ਕਰ ਲੈਂਦੇ ਹਾਂ ਕਿ ਅਗਰ ਮੰਨ ਲਓ ਤੁਹਾਡਾ CH3Cl ਹੈ, ਅਗਰ ਇਸ ਦੀ ਰਿਐਕਸ਼ਨ ਮੈਂ ਸੋਡੀਅਮ ਦੇ ਨਾਲ ਕਰ ਰਿਹਾ ਹਾਂ ਵਿਦ ਸੈਕਿੰਡ ਮੋਲੀਕਿਊਲ ਕੀ ਲੈ ਰਹੇ ਹਾਂ ਆਪਾਂ, ਬੈਂਜ਼ੀਨ ਕਲੋਰੋਬੈਂਜ਼ੀਨ ਲੈ ਰਹੇ ਹਾਂ, ਤਾਂ ਇੱਥੇ ਕੀ ਹੋਏਗੀ, ਦੇਖੋ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਮੋਲੀਕਿਊਲ ਤੁਹਾਡਾ ਅਲਕਾਈਲ ਕਲੋਰਾਈਡ ਹੈ, ਦੂਸਰਾ ਤੁਹਾਡਾ ਅਰਾਈਲ ਹੈਲਾਈਡ ਹੈ, ਤਾਂ ਇੱਥੇ ਕੀ ਬਣੇਗਾ ਤੁਹਾਡਾ CH3 ਦੇ ਨਾਲ ਬੈਂਜ਼ੀਨ ਗਰੁੱਪ ਹੈ ਨਾ, ਮਤਲਬ ਆਪਾਂ ਕੀ ਬਣੇਗਾ ਪ੍ਰੋਡਕਟ ਤੁਹਾਡਾ ਟੋਲੂਇਨ ਬਣੇਗਾ। ਤਾਂ ਇਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਵੁਡਸ-ਫਿਟਿਗ ਰਿਐਕਸ਼ਨ। ਨੈਕਸਟ ਕੈਟੇਗਰੀ ਆਂਦੀ ਹੈ ਕਿ ਅਗਰ ਦੋਨੋਂ ਹੀ ਤੁਹਾਡੇ ਅਰਾਈਲ ਸਿਸਟਮ ਹੋਣ, ਦੋਨਾਂ ਨਾਲ ਬੈਂਜ਼ੀਨ ਸਿਸਟਮ ਅਟੈਚਡ ਹੋਵੇ, ਤਾਂ ਇਸ ਰਿਐਕਸ਼ਨ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਫਿਟਿਗ ਰਿਐਕਸ਼ਨ। ਇਸ ਰਿਐਕਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਫਿਟਿਗ ਰਿਐਕਸ਼ਨ। ਤਾਂ ਇੱਥੇ ਜੋ ਤੁਹਾਡਾ ਸਿਸਟਮ ਬਣਦਾ ਹੈ ਉਹ ਕੀ ਬਣਦਾ ਹੈ, ਪ੍ਰੋਡਕਟ ਤੁਹਾਡਾ ਬਾਈਫਿਨਾਈਲ ਸਿਸਟਮ ਬਣਦਾ ਹੈ, ਤੇ ਇਹ ਕੀ ਹੈ ਤੁਹਾਡਾ ਫਿਟਿਗ ਰਿਐਕਸ਼ਨ ਹੈ। ਇਹ ਕੀ ਹੈ ਤੁਹਾਡਾ ਫਿਟਿਗ ਰਿਐਕਸ਼ਨ ਹੈ, ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡੀ ਫਿਟਿਗ ਰਿਐਕਸ਼ਨ। ਤਾਂ ਜੋ ਕੁਐਸਚਨ ਸੀ, ਕੁਐਸਚਨ ਵਿੱਚ ਆਪਣਾ ਕੀ ਆਏਗਾ ਤੁਹਾਡਾ ਇੱਥੇ ਵੁਡਸ ਰਿਐਕਸ਼ਨ। ਦੇਖੋ ਵਿੱਚ ਰਿਡਕਸ਼ਨ ਚ ਆਪਾਂ ਕੀ ਯੂਜ਼ ਕਰਦੇ ਹਾਂ, ਤੁਹਾਡਾ ਸੋਡੀਅਮ ਇਨ ਪ੍ਰੈਜ਼ੈਂਸ ਆਫ ਲਿਕੁਇਡ ਅਮੋਨੀਆ, ਤੇ ਇਹ ਕੀ ਬਣਾਉਂਦਾ ਹੈ ਤੁਹਾਡਾ ਟਰਾਂਸ ਐਲਕੀਨ ਦੀ ਫਾਰਮੇਸ਼ਨ ਕਰਦਾ ਹੈ। ਇਹ ਕੀ ਕਰਦਾ ਹੈ ਤੁਹਾਡਾ ਜੋ ਤੁਹਾਡੀ ਐਲਕਾਈਨ ਹੈ ਉਸਨੂੰ ਟਰਾਂਸ ਐਲਕੀਨ ਦੇ ਵਿੱਚ ਕਨਵਰਟ ਕਰਦਾ ਹੈ। ਫ੍ਰੈਂਕਲੈਂਡ ਦੇ ਵਿੱਚ ਆਪਾਂ ਸੋਡੀਅਮ ਦੀ ਜਗ੍ਹਾ ਕੀ ਯੂਜ਼ ਕਰਦੇ ਹਾਂ, ਤੁਹਾਡਾ ਜ਼ਿੰਕ ਮੈਟਲ ਨੂੰ ਯੂਜ਼ ਕਰਦੇ ਹਾਂ ਐਟ ਦਾ ਕੋਸਟ ਆਫ ਯੂਅਰ ਸੋਡੀਅਮ। ਤਾਂ ਜੇ ਸੋਡੀਅਮ ਯੂਜ਼ ਹੋ ਰਿਹਾ ਹੈ ਤਾਂ ਉਹ ਰਿਐਕਸ਼ਨ ਹੁੰਦੀ ਹੈ ਤੁਹਾਡੀ ਵੁਡਸ ਰਿਐਕਸ਼ਨ। ਕੁਐਸਚਨ ਨੰਬਰ ਤੁਹਾਡਾ 5 ਕਹਿੰਦੇ ਵਿਚ ਮੈਥਡ ਕਾਂਟ ਬੀ ਐਮਪਲੋਇਡ ਫॉर ਦਾ ਪ੍ਰੋਡਕਸ਼ਨ ਆਫ ਐਨ ਐਲਕੀਨ। ਤਾਂ ਆਪਾਂ ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰਨਾ ਸਟਾਰਟ ਕਰਦੇ ਹਾਂ। ਤਾਂ ਦੇਖੋ ਪਹਿਲਾ ਮੈਥਡ ਦੇਖਦੇ ਹਾਂ, ਕਹਿੰਦੇ ਹੀਟਿੰਗ ਸੋਡੀਅਮ ਸਾਲਟ ਆਫ ਕਾਰਬੋਕਸਿਲਿਕ ਐਸਿਡ ਵਿਦ ਸੋਡਾ ਲਾਈਮ। ਤਾਂ ਅਗਰ ਮੰਨ ਲਓ ਫॉर ਐਗਜ਼ਾਮਪਲ ਮੈਂ ਲੈ ਲੈਣਾ ਹਾਂ ਕਾਰਬੋਕਸਿਲਿਕ ਐਸਿਡ ਦਾ ਸਾਲਟ ਲੈ ਲਿਆ, ਠੀਕ ਹੈ, ਅਗਰ ਮੈਂ ਇਸ ਦੀ ਰਿਐਕਸ਼ਨ ਸੋਡਾ ਲਾਈਮ ਦੇ ਨਾਲ ਕਰਦਾ ਹਾਂ, ਸੋਡਾ ਲਾਈਮ ਕੀ ਹੁੰਦਾ ਹੈ ਤੁਹਾਡਾ ਕੈਲਸ਼ੀਅਮ ਆਕਸਾਈਡ ਇਨ ਦਾ ਪ੍ਰੈਜ਼ੈਂਸ ਆਫ NaOH। ਹਲਕਾ ਜਿਹਾ ਅਗਰ ਮੈਂ ਇਸਨੂੰ ਹੀਟ ਕਰਦਾ ਤਾਂ ਕੀ ਹੋਏਗਾ, ਇੱਥੇ ਤੁਹਾਡਾ ਕਾਰਬਨ ਆਇਨ ਜਨਰੇਟ ਹੋਏਗਾ CH3 ਨੈਗੇਟਿਵ, ਤੇ ਉਹ CH3 ਨੈਗੇਟਿਵ ਕੀ ਕਰੇਗਾ ਤੁਹਾਡੇ ਹਾਈਡਰੋਜਨ ਨੂੰ ਗੇਨ ਕਰਕੇ ਕਾਹਦੇ ਵਿੱਚ ਕਨਵਰਟ ਹੋ ਜਾਏਗਾ ਤੁਹਾਡੇ ਮੀਥੇਨ ਦੇ ਵਿੱਚ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਤਾਂ ਐਲਕੇਨ ਬਣ ਰਿਹਾ ਹੈ, ਦੈਟ ਮੀਨਸ ਪਹਿਲਾ ਮੈਥਡ ਤਾਂ ਸਹੀ ਹੈ, ਇੱਥੋਂ ਆਪਾਂ ਐਲਕੇਨ ਬਣਾ ਸਕਦੇ ਹਾਂ। ਸੈਕਿੰਡ ਕਹਿੰਦੇ ਟ੍ਰੀਟਿੰਗ ਐਲਕਾਈਲ ਹੈਲਾਈਡ ਵਿਦ Na ਇਨ ਇਥਰਲ ਸੋਲੂਸ਼ਨ। ਆਪਾਂ ਹੁਣੇ ਉੱਪਰ ਪੜ੍ਹ ਕੇ ਹਟੇ ਹਾਂ ਕਿ ਅਗਰ ਤੁਸੀਂ ਇੱਕ ਅਲਕਾਈਲ ਕਲੋਰਾਈਡ ਦੀ ਰਿਐਕਸ਼ਨ Na ਈਥਰ ਦੀ ਪ੍ਰੈਜ਼ੈਂਸ ਦੇ ਵਿੱਚ ਕਰਦੇ ਹੋ, ਤਾਂ ਇੱਥੇ ਤੁਹਾਡਾ ਇੱਕ ਸਿਮੈਟ੍ਰੀਕਲ ਐਲਕੇਨ ਦੀ ਜਾਂ ਅਨਸਿਮੈਟ੍ਰੀਕਲ ਐਲਕੇਨ ਦੀ ਕੀ ਹੋ ਸਕਦੀ ਹੈ, ਫਾਰਮੇਸ਼ਨ ਹੋ ਸਕਦੀ ਹੈ। ਦੈਟ ਮੀਨਸ ਸੈਕਿੰਡ ਮੈਥਡ ਵੀ ਸਹੀ ਹੈ, ਜਿਸ ਨੂੰ ਆਪਾਂ ਵੁਡਸ ਰਿਐਕਸ਼ਨ ਬੋਲਦੇ ਹਾਂ। ਤੇ ਜੋ ਤੁਹਾਡਾ ਪਹਿਲਾ ਹੈ ਇਸ ਨੂੰ ਆਪਾਂ ਬੋਲਦੇ ਹਾਂ ਡੀਕਾਰਬੋਕਸਿਲੇਸ਼ਨ ਰਿਐਕਸ਼ਨ, ਕਿਉਂਕਿ ਇੱਥੇ ਤੁਹਾਡੀ ਕਾਰਬਨ ਡਾਈਆਕਸਾਈਡ ਗੈਸ ਰਿਲੀਜ਼ ਹੁੰਦੀ ਹੈ, ਇਸ ਕਰਕੇ ਇਸ ਨੂੰ ਆਪਾਂ ਡੀਕਾਰਬੋਕਸਿਲੇਸ਼ਨ ਰਿਐਕਸ਼ਨ ਵੀ ਬੋਲ ਦਿੰਦੇ ਹਾਂ। ਥਰਡ ਪੁਆਇੰਟ ਦੇਖਦੇ ਹਾਂ ਆਪਾਂ ਇਲੈਕਟ੍ਰੋਲਿਸਿਸ ਆਫ ਐਕੁਆ ਸੋਲੂਸ਼ਨ ਆਫ ਸੋਡੀਅਮ ਜਾਂ ਤੁਹਾਡਾ ਪੋਟਾਸ਼ੀਅਮ ਸਾਲਟ ਆਫ ਕਾਰਬੋਕਸਿਲਿਕ ਐਸਿਡ, ਜਿਸ ਨੂੰ ਆਪਾਂ ਕੋਲ ਬੇਸ ਇਲੈਕਟ੍ਰੋਲਿਸਿਸ ਬੋਲਦੇ ਹਾਂ। ਤਾਂ ਦੇਖੋ ਜੋ ਥਰਡ ਵਾਲੀ ਹੈ ਇਹਦੇ ਵਿੱਚ ਵੀ ਬਿਲਕੁਲ ਸਹੀ ਪੁਆਇੰਟ ਹੈ ਕਿ ਆਪਾਂ ਅਗਰ ਤੁਹਾਡੇ ਸੋਡੀਅਮ ਜਾਂ ਪੋਟਾਸ਼ੀਅਮ ਸਾਲਟ ਲੈਣੇ ਹਾਂ ਕਾਰਬੋਕਸਿਲਿਕ ਐਸਿਡ ਦਾ, ਤਾਂ ਇੱਥੇ ਵੀ ਕੀ ਹੋਏਗਾ ਕਿ ਸਭ ਤੋਂ ਪਹਿਲਾਂ ਇੱਕ ਇਲੈਕਟ੍ਰੋਨ ਲੋਸ ਹੋਏਗਾ, ਤਾਂ ਜਿਸ ਕਰਕੇ ਕੀ ਬਣੇਗਾ ਇੱਥੇ ਇੱਕ ਰੈਡੀਕਲ ਜਨਰੇਟ ਹੋਏਗਾ, ਤੇ ਜਿਹੜਾ ਰੈਡੀਕਲ ਇੱਥੇ ਜਨਰੇਟ ਹੋਇਆ ਹੈ ਉਹ ਇਮੀਡੀਏਟਲੀ ਤੁਹਾਡੀ ਕਾਰਬਨ ਡਾਈਆਕਸਾਈਡ ਨੂੰ ਰਿਲੀਜ਼ ਕਰੇਗਾ, ਤੇ ਇੱਥੇ ਤੁਹਾਡਾ ਇੱਕ ਐਲਕਾਈਲ ਰੈਡੀਕਲ ਜਨਰੇਟ ਹੋਏਗਾ ਜੋ ਆਪਣੇ ਹੀ ਅਲਕਾਈਲ ਰੈਡੀਕਲ ਦੇ ਨਾਲ ਜਨਰੇਟ ਕਰਕੇ ਰਿਐਕਟ ਕਰਕੇ ਉੱਥੇ ਇੱਕ ਐਲਕੇਨ ਦੀ ਫਾਰਮੇਸ਼ਨ ਕਰ ਸਕਦਾ ਹੈ CH3 ਮਤਲਬ ਇੱਥੇ ਇਥੇਨ ਦੀ ਫਾਰਮੇਸ਼ਨ ਹੋ ਸਕਦੀ ਹੈ। ਦੈਟ ਮੀਨਸ ਜੋ ਤੁਹਾਡਾ ਕੋਲਵੇ ਪ੍ਰੋਸੈਸ ਹੈ ਉਸ ਤੋਂ ਵੀ ਤੁਸੀਂ ਐਲਕੇਨ ਦੀ ਫਾਰਮੇਸ਼ਨ ਕਰ ਸਕਦੇ ਹੋ। ਧਿਆਨ ਰੱਖਣਾ ਕਿਉਂਕਿ ਪਹਿਲੇ ਸਟੈਪ ਦੇ ਵਿੱਚ ਆਪਾਂ ਇੱਥੇ ਲੋਸ ਕਰਵਾ ਰਹੇ ਹਾਂ ਇਲੈਕਟ੍ਰੋਨ, ਤੇ ਲੋਸ ਆਫ ਇਲੈਕਟ੍ਰੋਨ ਕਿੱਥੇ ਹੁੰਦਾ ਤੁਹਾਡਾ ਐਨੋਡ ਤੇ। ਦੈਟ ਮੀਨਸ ਜੋ ਤੁਹਾਡਾ ਐਲਕੇਨ ਬਣਦਾ ਹੈ ਉਹ ਵੀ ਐਨੋਡ ਤੇ ਬਣਦਾ ਹੈ, ਤੇ ਜੋ ਤੁਹਾਡੀ ਕਾਰਬਨ ਡਾਈਆਕਸਾਈਡ ਗੈਸ ਰਿਲੀਜ਼ ਹੋ ਰਹੀ ਹੈ ਉਹ ਵੀ ਤੁਹਾਡੇ ਐਨੋਡ ਤੇ ਹੀ ਹੋ ਰਹੀ ਹੈ। ਨੈਕਸਟ ਚੌਥਾ ਜੋ ਰਿਐਕਸ਼ਨ ਹੈ ਕਹਿੰਦੇ ਡੀਹਾਈਡਰੋ ਹੈਲੋਜੀਨੇਸ਼ਨ ਆਫ ਐਲਕਾਈਲ ਹੈਲਾਈਡ।
ਹੈਲਾਈਡ। ਤਾਂ ਐਲਕਾਈਲ ਹੈਲਾਈਡ ਦੀ ਆਪਾਂ ਹੁਣੇ ਦੱਸ ਕੇ ਹਟੇ ਹਾਂ ਕਿ ਡੀਹਾਈਡਰੋਹੈਲੋਜਨੇਸ਼ਨ ਦਾ ਮਤਲਬ ਕੀ ਹੈ ਕਿ ਇੱਥੇ ਤੁਸੀਂ ਇੱਕ HX ਮੋਲੀਕਿਊਲ ਨੂੰ ਰਿਮੂਵ ਕਰਨਾ ਹੈ। ਤਾਂ ਜਦੋਂ ਤੁਸੀਂ ਰਿਮੂਵਲ ਕਰੋਗੇ ਤਾਂ ਰਿਮੂਵ ਕਰਨ ਤੇ ਕੀ ਬਣੇਗਾ, ਇੱਥੇ ਡਬਲ ਬੌਂਡ ਜਨਰੇਟ ਹੋਏਗਾ, ਮਤਲਬ ਇੱਥੇ ਥੋੜੀ ਐਲਕੀਨ ਬਣੇਗੀ ਨਾ ਕਿ ਐਲਕੇਨ ਬਣੇਗਾ। ਤਾਂ ਜੋ ਤੁਹਾਡਾ fourth option ਹੈ that is not the correct method to form your alkene, that means fourth option ਇੱਥੇ ਕੀ ਆਏਗਾ, ਤੁਹਾਡਾ ਸਹੀ ਆਂਸਰ ਆਏਗਾ। Question number 6, which one of the following can't be prepared by your Wurtz reaction? ਤਾਂ ਦੇਖੋ ਆਪਾਂ Wurtz reaction ਉੱਪਰ ਵੀ ਡਿਸਕਸ ਕੀਤਾ ਹੈ ਕਿ Wurtz reaction ਦੇ ਵਿੱਚ ਆਪਾਂ ਦੋ ਮੋਲ ਯੂਜ਼ ਕਰਦੇ ਹਾਂ ਅਲਕਾਈਲ ਹੈਲਾਈਡ। ਤਾਂ ਦੋ ਮੋਲ ਦਾ ਮਤਲਬ ਕੀ ਹੈ ਕਿ ਐਟਲੀਸਟ ਇਹਨਾਂ ਵਿੱਚ ਤੁਹਾਡੇ ਦੋ ਅਲਕਾਈਲ ਗਰੁੱਪ ਤਾਂ ਪ੍ਰੈਜ਼ੈਂਟ ਹੋਣਗੇ ਹੀ, R ਵਾਲੇ ਦੋ ਅਲਕਾਈਲ ਦਾ ਮਤਲਬ ਐਟਲੀਸਟ Wurtz reaction ਦੇ ਵਿੱਚ ਐਟਲੀਸਟ ਤੁਹਾਡੇ ਦੋ ਕਾਰਬਨ ਐਟਮ ਸ਼ੁੱਡ ਬੀ ਪ੍ਰੈਜ਼ੈਂਟ, ਐਟਲੀਸਟ 2 ਕਾਰਬਨ ਐਟਮ ਸ਼ੁੱਡ ਬੀ ਪ੍ਰੈਜ਼ੈਂਟ। ਤਾਂ ਜੋ ਵੀ ਤੁਹਾਡਾ ਪ੍ਰੋਡਕਟ ਬਣੇਗਾ ਉਹਦੇ ਵਿੱਚ ਘੱਟ ਤੋਂ ਘੱਟ 2 ਕਾਰਬਨ ਐਟਮ ਤਾਂ ਹੋਣੇ ਹੀ ਚਾਹੀਦੇ ਨੇ, ਤਾਂ ਹੀ ਉੱਥੇ ਵੁਡਸ ਰਿਐਕਸ਼ਨ ਹੋਏਗੀ। ਦੈਟ ਮੀਨਸ ਤਾਂ ਕਰਕੇ ਆਪਾਂ ਉੱਥੋਂ ਮਿਥੇਨ ਦੀ ਫਾਰਮੇਸ਼ਨ ਨਹੀਂ ਕਰਵਾ ਸਕਦੇ। ਐਟਲੀਸਟ 2 ਕਾਰਬਨ ਐਟਮ ਸ਼ੁੱਡ ਬੀ देयर ਇਨ order to proceed with your Wurtz reaction। ਤਾਂ ਕਰਕੇ ਇੱਥੇ ਆਪਾਂ ਮਿਥੇਨ ਦੀ ਫਾਰਮੇਸ਼ਨ ਨਹੀਂ ਕਰਵਾ ਸਕਦੇ ਕਿਉਂਕਿ ਅਲਟੀਮੇਟਲੀ ਕੀ ਬਣਦਾ ਇੱਥੇ ਤੁਹਾਡਾ RR ਗਰੁੱਪ ਦੀ ਫਾਰਮੇਸ਼ਨ ਹੁੰਦੀ ਹੈ। ਤਾਂ ਘੱਟ ਤੋਂ ਘੱਟ ਇੱਕ ਕਾਰਬਨ ਤਾਂ ਹੋਏਗਾ ਨਾ R ਤੇ R ਦੇ ਵਿੱਚ, ਤਾਂ ਇੱਥੇ ਤੁਹਾਡਾ ਮਿਥੇਨ ਦੀ ਫਾਰਮੇਸ਼ਨ ਨਹੀਂ ਹੋ ਸਕਦੀ using your Wurtz reaction। next ਹੈ which one among the following alkane has the highest melting point। ਤਾਂ ਇੱਥੇ ਡਿਸਕਸ ਕਰ ਰਹੇ ਨੇ ਤੁਹਾਡੇ melting point ਕਿਸ ਦਾ ਜ਼ਿਆਦਾ ਹੋਏਗਾ। ਦੇਖੋ ਮੈਲਟਿੰਗ ਪੁਆਇੰਟ ਤੁਹਾਨੂੰ ਦੱਸਿਆ ਸੀ ਕਿ ਵੈਸੇ ਮੈਲਟਿੰਗ ਪੁਆਇੰਟ ਕਿਸ ਚੀਜ਼ ਤੇ ਡਿਪੈਂਡ ਕਰਦਾ ਹੈ, ਤੁਹਾਡਾ ਸਿਮੈਟਰੀ ਤੇ। ਜਿੰਨਾ ਜ਼ਿਆਦਾ ਉਹ ਸਿਮੈਟ੍ਰੀਕਲ ਹੋਏਗਾ, ਵੈਲ ਪੈਕਡ ਹੋਏਗਾ ਤੁਹਾਡੇ ਕਿਊਬਿਕ ਕ੍ਰਿਸਟਲ ਦੇ ਵਿੱਚ, ਵੈਲ ਪੈਕਡ ਹੋਏਗਾ ਤੁਹਾਡੇ ਕਿਊਬਿਕ ਕ੍ਰਿਸਟਲ ਦੇ ਵਿੱਚ। ਅਗਰ ਉਹ ਵੈਲ ਪੈਕ ਹੋਏਗਾ ਤੁਹਾਡੇ ਕਿਊਬਿਕ ਕ੍ਰਿਸਟਲ ਦੇ ਵਿੱਚ, ਜਿੰਨਾ ਅੱਛਾ ਪੈਕ ਹੋਏਗਾ ਓਨਾ ਹੀ ਉਹਨਾਂ ਵਿੱਚ ਆਪਸ ਦੇ ਵਿੱਚ ਇੰਟਰੈਕਸ਼ਨ ਜ਼ਿਆਦਾ ਸਟਰੋਂਗ ਹੋਣਗੀਆਂ ਤੇ ਉਹਨਾਂ ਦਾ ਜੋ ਮੈਲਟਿੰਗ ਪੁਆਇੰਟ ਹੈ ਉਹ ਓਨਾ ਹੀ ਕੀ ਹੋਏਗਾ, ਤੁਹਾਡਾ ਜ਼ਿਆਦਾ ਹੋਏਗਾ। ਦੂਸਰਾ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਜੋ ਮੈਲਟਿੰਗ ਪੁਆਇੰਟ ਹੈ ਉਹ ਤੁਹਾਡੇ ਨੰਬਰ ਆਫ ਕਾਰਬਨ ਐਟਮਸ ਤੇ ਡਿਪੈਂਡ ਕਰਦਾ ਹੈ। ਤੀਸਰਾ ਪੁਆਇੰਟ ਕੀ ਹੈ ਕਿ ਜੋ ਮੈਲਟਿੰਗ ਪੁਆਇੰਟ ਹੈ ਉਹ ਡਿਪੈਂਡ ਕਰਦਾ ਹੈ ਨੰਬਰ ਆਫ ਇਵਨ ਕਾਰਬਨ ਜਾਂ ਤੁਹਾਡਾ ਔਡ ਕਾਰਬਨ। ਤਾਂ ਇਹ ਇੱਕ ਚੀਜ਼ ਨੋਟ ਕੀਤੀ ਜਾਂਦੀ ਹੈ ਕਿ ਜੋ ਤੁਹਾਡੇ ਔਡ ਨੰਬਰ ਆਫ ਕਾਰਬਨ ਐਟਮਸ ਹੁੰਦੇ ਨੇ, ਫੋਰ ਐਗਜ਼ਾਮਪਲ ਅਗਰ ਮੈਂ ਇੱਥੇ 5 ਮੈਂਬਰ ਲੈ ਲੈਣਾ ਹਾਂ, 5 ਮੈਂਬਰ ਦਾ ਤੁਹਾਡਾ ਲੈ ਲੈਣਾ ਹਾਂ ਪੈਂਟੇਨ ਤੇ ਇੱਕ ਲੈ ਲੈਣਾ 6 ਮੈਂਬਰ ਦੀ ਲੈ ਲੈਣਾ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਔਡ ਮੈਂਬਰ ਦੇ ਕੇਸ ਦੇ ਵਿੱਚ ਜੋ ਟਰਮੀਨਲ ਕਾਰਬਨ ਨੇ ਉਹ ਸੇਮ ਸਾਈਡ ਤੇ ਆਉਂਦੇ ਨੇ, ਜਦ ਕਿ ਈਵਨ ਵਾਲੇ ਕੇਸ ਦੇ ਵਿੱਚ ਜੋ ਟਰਮੀਨਲ ਪੋਜੀਸ਼ਨਸ ਨੇ, ਟਰਮੀਨਲ ਕਾਰਬਨ ਨੇ, ਉਹ ਆਪੋਜ਼ਿਟ ਸਾਈਡ ਤੇ ਆਉਂਦੇ ਨੇ, ਜਿਸ ਕਰਕੇ ਕੀ ਹੁੰਦਾ ਹੈ ਇਹ ਤੁਹਾਡੇ ਵੈਲ ਪੈਕਡ ਹੁੰਦੇ ਨੇ ਇਨ ਕ੍ਰਿਸਟਲ ਸਿਸਟਮ ਦੇ ਵਿੱਚ। ਕਿਉਂਕਿ ਜੋ ਤੁਹਾਡੇ ਈਵਨ ਵਾਲੇ ਹੁੰਦੇ ਨੇ ਉਹ ਵੈਲ ਪੈਕਡ ਹੁੰਦੇ ਨੇ ਤੁਹਾਡੇ ਕ੍ਰਿਸਟਲ ਸਿਸਟਮ ਦੇ ਵਿੱਚ, ਜਿਸ ਕਰਕੇ ਇਹਨਾਂ ਦਾ ਜੋ ਮੈਲਟਿੰਗ ਪੁਆਇੰਟ ਹੁੰਦਾ ਹੈ ਉਹ ਜ਼ਿਆਦਾ ਹੁੰਦਾ ਹੈ ਐਜ਼ ਕੰਪੇਅਰ ਟੂ ਯੂਅਰ ਔਡ ਵਨ। ਤਾਂ ਕਰਕੇ ਇਹ ਪੁਆਇੰਟ ਲਿਖਿਆ ਜਾਂਦਾ ਹੈ ਕਿ ਜੋ ਤੁਹਾਡੇ ਈਵਨ ਨੰਬਰ ਆਫ ਕਾਰਬਨ ਐਟਮਸ ਹੁੰਦੇ ਨੇ ਉਹਨਾਂ ਦਾ ਜੋ ਮੈਲਟਿੰਗ ਪੁਆਇੰਟ ਹੁੰਦਾ ਹੈ ਔਡ ਦੇ ਕੰਪੈਰੀਜ਼ਨ ਦੇ ਵਿੱਚ, ਜੋ ਤੁਹਾਡਾ ਐਡਜੈਸੈਂਟ ਔਡ ਕਾਰਬਨ ਵਾਲਾ ਜੋ ਤੁਹਾਡਾ ਸਿਸਟਮ ਹੈ, ਹਾਈਡਰੋਕਾਰਬਨ ਪਾਰਟ ਹੈ, ਉਸ ਤੋਂ ਤੁਹਾਡਾ ਮੈਲਟਿੰਗ ਪੁਆਇੰਟ ਕੀ ਹੋਏਗਾ, ਜ਼ਿਆਦਾ ਹੋਏਗਾ। ਫੋਰ ਐਗਜ਼ਾਮਪਲ ਅਗਰ ਮੰਨ ਲਓ ਤੁਹਾਡੇ ਕੋਲ 3-4 ਮੈਂ ਲਿਖ ਦਿੰਦਾ ਹਾਂ, ਕਾਰਬਨ ਨੰਬਰ 5, 6 ਕਾਰਬਨ ਹੈ, 7 ਹੈ ਤੇ 8 ਹੈ। ਅਗਰ ਇਹਨਾਂ ਵਿੱਚੋਂ ਕੰਪੈਰੀਜ਼ਨ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਅਗਰ ਕਾਰਬਨ ਐਟਮ ਜ਼ਿਆਦਾ ਹੋਣਗੇ ਤਾਂ ਮੈਲਟਿੰਗ ਪੁਆਇੰਟ ਜ਼ਿਆਦਾ ਹੀ ਹੋਏਗਾ। ਤਾਂ ਹੁਣ ਦੇਖੋ ਇੱਥੇ ਕੰਪੇਅਰ ਕਰਦੇ ਹਾਂ। ਦੇਖੋ ਅਗਰ ਵੈਸੇ ਕੰਪੇਅਰ ਕਰੀ ਔਨ ਦਾ ਬੇਸਿਸ ਆਫ ਨੰਬਰ ਆਫ ਕਾਰਬਨ ਐਟਮਸ ਤਾਂ ਆਪਾਂ ਕੀ ਕਵਾਂਗੇ ਕਿ ਜੋ ਜਿਹਦੇ ਵਿੱਚ 6 ਕਾਰਬਨ ਨੇ ਉਹਦਾ ਮੈਲਟਿੰਗ ਪੁਆਇੰਟ ਘੱਟ ਹੋਣਾ ਚਾਹੀਦਾ ਹੈ ਐਜ਼ ਕੰਪੇਅਰ ਟੂ ਜਿਹਦੇ ਵਿੱਚ 7 ਕਾਰਬਨ ਐਟਮਸ ਨੇ, ਹਨਾ। ਬਟ ਕਿਉਂਕਿ 7 ਵਾਲਾ ਤੁਹਾਡਾ ਔਡ ਹੈ ਤੇ ਔਡ ਦੇ ਵਿੱਚ ਉਹ ਓਨਾ ਵੈਲ ਪੈਕਡ ਨਹੀਂ ਹੁੰਦਾ, ਤਾਂ ਜੋ ਤੁਹਾਡਾ 7 ਨੰਬਰ ਵਾਲਾ ਕਾਰਬਨ ਸਿਸਟਮ ਹੈ ਉਸਦਾ ਮੈਲਟਿੰਗ ਪੁਆਇੰਟ 6 ਦੇ ਨਾਲੋਂ ਵੀ ਕੀ ਹੁੰਦਾ ਹੈ, ਘੱਟ ਹੁੰਦਾ ਹੈ। ਠੀਕ ਹੈ, ਇਹ ਪੁਆਇੰਟ ਦਾ ਖਾਸ ਧਿਆਨ ਰੱਖਣਾ। ਅਗਰ ਤੁਹਾਡਾ ਨਾਲ 9 ਵੀ ਕੰਪੈਰੀਜ਼ਨ ਦੇ ਦਈਏ ਤਾਂ ਆਪਾਂ ਕੀ ਕਵਾਂਗੇ ਕਿ ਜੋ 9 ਹੈ ਉਸਦਾ ਮੈਲਟਿੰਗ ਪੁਆਇੰਟ ਕੀ ਹੋਏਗਾ, ਤੁਹਾਡੇ 8 ਨਾਲੋਂ ਵੀ ਕੀ ਹੋਏਗਾ, ਘੱਟ ਹੋਏਗਾ। ਕਿਉਂਕਿ ਜੋ ਈਵਨ ਵਾਲਾ ਹੈ ਉਹ ਤੁਹਾਡੇ ਉਹਦੇ ਵਿੱਚੋਂ ਜੋ ਟਰਮੀਨਲ ਕਾਰਬਨ ਐਟਮਸ ਹੁੰਦੇ ਨੇ that are facing on opposite side ਤੇ ਉਹ ਤੁਹਾਡੇ ਕ੍ਰਿਸਟਲ ਦੇ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਪੈਕ ਹੁੰਦੇ ਨੇ। ਤਾਂ ਕਰਕੇ ਇੱਥੇ ਇਸ ਦਾ ਕਰੈਕਟ ਆਂਸਰ ਕੀ ਆਏਗਾ, ਤੁਹਾਡਾ n octane, ਕਿਉਂਕਿ ਇਹ ਈਵਨ ਵੀ ਹੈ ਤੇ ਇਸਦਾ ਇਹ ਕ੍ਰਿਸਟਲ ਸਿਸਟਮ ਦੇ ਵਿੱਚ ਤੁਹਾਡਾ ਵੈਲ ਪੈਕ ਵੀ ਹੋਏਗਾ। Question number 8, which one is the appropriate reaction conditions
leading to the formation of your इथाइल क्लोराइड, जो थोड़े इथाइल क्लोराइड ਦੀ formation ਕਰ ਸਕਦਾ ਹੈ। ਤਾਂ ਦੇਖੋ ਜੋ ਤੁਹਾਡੀ ਪਹਿਲੀ ਰਿਐਕਸ਼ਨ ਹੈ, ਇਹ ਰਿਐਕਸ਼ਨ ਦੇਖੋ UV ਲਾਈਟ 'ਚ ਹੋ ਰਹੀ ਹੈ ਤੇ ਲਾਈਟ ਦੇ ਵਿੱਚ ਕਿਹੜਾ ਮੈਕੈਨਿਜ਼ਮ ਹੁੰਦਾ ਹੈ ਤੁਹਾਡਾ, ਫ੍ਰੀ ਰੈਡੀਕਲ ਮੈਕੈਨਿਜ਼ਮ ਹੁੰਦਾ ਹੈ। ਤਾਂ ਪਹਿਲੇ ਸਟੈਪ ਦੇ ਵਿੱਚ ਦੇਖੋ ਤੁਹਾਡਾ ਇੱਥੋਂ Cl2 ਦੇ ਵਿੱਚੋਂ ਕੀ ਹੋਏਗਾ, 2Cl ਰੈਡੀਕਲ ਜਨਰੇਟ ਹੋਣਗੇ। ਆਫਟਰ ਦੈਟ ਦੇਖੋ ਜੋ ਤੁਹਾਡਾ ਐਲਕੇਨ ਦਿੱਤਾ ਹੈ ਇਥੇਨ C2H5, ਤਾਂ C2H5 ਦੇ ਵਿੱਚੋਂ ਸਭ ਤੋਂ ਪਹਿਲਾਂ ਕੀ ਹੋਏਗਾ ਤੁਹਾਡਾ ਇੱਕ ਰੈਡੀਕਲ ਜਨਰੇਟ ਹੋਣਗੇ CH3CH2 ਰੈਡੀਕਲ ਪਲੱਸ H ਰੈਡੀਕਲ। ਤਾਂ ਜੋ ਤੁਹਾਡਾ ਇੱਥੇ CH3CH2 ਰੈਡੀਕਲ ਜਨਰੇਟ ਹੋਇਆ ਹੈ ਉਹ ਤੁਹਾਡੇ Cl ਰੈਡੀਕਲ ਦੇ ਨਾਲ ਕੰਬਾਈਨ ਹੋ ਕੇ ਕੀ ਬਣਾ ਸਕਦੇ ਨੇ, ਤੁਹਾਡਾ ਇਥਾਈਲ ਕਲੋਰਾਈਡ ਜਨਰੇਟ ਕਰ ਸਕਦੇ ਨੇ, ਜੋ ਕਿ ਤੁਹਾਨੂੰ ਗਿਵਨ ਰਿਐਕਸ਼ਨ ਦੇ ਵਿੱਚ ਪੁੱਛਿਆ ਹੈ ਕਿ ਕੌਣ ਤੁਹਾਡਾ ਇਥਾਈਲ ਕਲੋਰਾਈਡ ਜਨਰੇਟ ਕਰੇਗਾ। ਦੈਟ ਮੀਨਸ ਪਹਿਲਾ ਆਪਸ਼ਨ ਕਰ ਸਕਦਾ ਹੈ। ਨੈਕਸਟ ਹੈ ਸੈਕਿੰਡ ਦੇ ਵਿੱਚ ਕੀ ਕਿਹਾ ਹੈ, ਇਹ ਤੁਹਾਡੀ ਕੀ ਦਿੱਤੀ ਹੈ, ਇਥੀਨ ਐਲਕੀਨ ਹੈ, ਉਹਦੀ ਰਿਐਕਸ਼ਨ ਕਲੋਰੀਨ ਦੇ ਨਾਲ ਕਰ ਰਹੇ ਹੋ ਇਨ ਡਾਰਕ ਰੂਮ। ਤਾਂ ਜਦੋਂ ਦੇਖੋ ਇੱਕ ਐਲਕੀਨ ਦੀ ਰਿਐਕਸ਼ਨ ਤੁਸੀਂ Cl2 in the presence of dark ਕਰ ਰਹੇ ਹੋ, ਤਾਂ ਤੁਹਾਨੂੰ ਪਤਾ ਹੈ ਐਲਕੀਨ ਕਿਸ ਤਰ੍ਹਾਂ ਦੀਆਂ ਰਿਐਕਸ਼ਨਸ ਦਿੰਦੇ ਨੇ, ਤੁਹਾਡੀਆਂ ਇਲੈਕਟ੍ਰੋਫਿਲਿਕ ਐਡੀਸ਼ਨ ਰਿਐਕਸ਼ਨਸ ਦਿੰਦੀਆਂ ਨੇ। ਇਹਨਾਂ ਨੂੰ ਆਪਾਂ ਥਿਊਰੀ ਦੇ ਵਿੱਚ ਬੜਾ ਡੀਪਲੀ ਅੰਡਰਸਟੈਂਡ ਕੀਤਾ ਹੈ, ਕਿਉਂ ਦਿੰਦੀਆਂ ਨੇ, ਕਿਉਂਕਿ ਐਲਕੀਨ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦੇ ਨੇ, ਤੁਹਾਡੇ ਕੋਲ ਪਾਈ ਬੌਂਡ ਹੋਣ ਕਰਕੇ ਇਹ ਕੀ ਹੁੰਦੇ ਨੇ, ਇਲੈਕਟ੍ਰੋਨ ਡੈਂਸ ਹੁੰਦੇ ਨੇ। ਤਾਂ ਇਲੈਕਟ੍ਰੋਨ ਡੈਂਸ ਹੋਣ ਕਰਕੇ ਆਪਣੇ ਇਲੈਕਟ੍ਰੋਨ ਨੂੰ ਹੀ ਡੋਨੇਟ ਕਰ ਸਕਦੇ ਨੇ ਤੇ ਇਲੈਕਟ੍ਰੋਫਾਈਲ ਇਸ ਤੇ ਅਟੈਕ ਹੁੰਦਾ ਹੈ। ਇਸ ਕਰਕੇ ਡਬਲ ਬੌਂਡ ਨੂੰ ਤੋੜ ਕੇ ਇੱਥੇ ਕੀ ਦੋ ਨਵੇਂ ਸਿਗਮਾ ਬੌਂਡ ਜਨਰੇਟ ਹੁੰਦੇ ਨੇ। ਤਾਂ ਕਰਕੇ ਜੋ ਤੁਹਾਡੀਆਂ ਐਲਕੀਨਸ ਹੁੰਦੀਆਂ ਨੇ ਉਹ ਤੁਹਾਡੀਆਂ ਇਲੈਕਟ੍ਰੋਫਿਲਿਕ ਐਡੀਸ਼ਨ ਰਿਐਕਸ਼ਨਸ ਨੂੰ ਦਿੰਦੀਆਂ ਨੇ। ਤਾਂ ਇੱਥੇ ਤਾਂ ਤੁਹਾਡਾ ਇਥਾਈਲ ਕਲੋਰਾਈਡ ਜਨਰੇਟ ਨਹੀਂ ਹੋਇਆ, ਦੈਟ ਮੀਨਸ ਸੈਕਿੰਡ ਆਪਸ਼ਨ ਨਹੀਂ ਆ ਸਕਦੀ। ਥਰਡ ਆਪਸ਼ਨ ਦੇਖਦੇ ਹਾਂ, ਇੱਥੇ ਤੁਹਾਡਾ ਫਿਰ ਤੋਂ ਕੀ ਦਿੱਤਾ ਹੋਇਆ, ਤੁਹਾਡਾ ਐਲਕੀਨ ਹੈ, ਪਰ ਐਲਕੀਨ ਦੇ ਨਾਲ ਕੀ ਦਿੱਤਾ ਹੋਇਆ, ਤੁਹਾਡਾ HCl ਦਿੱਤੀ ਹੋਈ ਹੈ। ਤੁਹਾਨੂੰ ਪਤਾ ਹੈ ਕਿ ਜੋ ਤੁਹਾਡਾ ਕਲੋਰਾਈਡ ਹੈ ਉਸ ਤੇ ਪਾਰਸ਼ੀਅਲ ਨੈਗੇਟਿਵ ਚਾਰਜ ਤੇ ਜੋ ਤੁਹਾਡਾ ਹਾਈਡਰੋਜਨ ਹੈ ਉਸ ਤੇ ਪਾਰਸ਼ੀਅਲ ਪੋਜ਼ਿਟਿਵ ਚਾਰਜ ਹੈ। ਤੇ ਜੋ ਤੁਹਾਡੀ ਐਲਕੀਨ ਹੁੰਦੀ ਹੈ ਦੈਟ ਇਜ਼ ਯੂਅਰ ਇਲੈਕਟ੍ਰੋਨ ਰਿਚ ਸਪੀਸੀਜ਼, ਤੇ ਉਹ ਆਪਣੇ ਇਲੈਕਟ੍ਰੋਨ ਕੀ ਕਰੇਗੀ, ਤੁਹਾਡੇ ਹਾਈਡਰੋਜਨ ਜਿਸ ਤੇ ਡੈਲਟਾ ਪੋਜ਼ਿਟਿਵ ਚਾਰਜ ਹੈ ਇਲੈਕਟ੍ਰੋਫਾਈਲ ਤੇ ਅਟੈਕ ਕਰੇਗੀ ਤੇ ਤੁਹਾਡੇ ਕਲੋਰਾਈਡ ਨੂੰ ਬਾਹਰ ਨਿਕਾਲ ਦੇਗੀ। ਤਾਂ ਪਹਿਲੇ ਸਟੈਪ ਦੇ ਵਿੱਚ ਦੇਖੋ ਹੋਏਗਾ ਕਿ ਤੁਹਾਡਾ ਹਾਈਡਰੋਜਨ ਕਾਰਬਨ ਦੇ ਨਾਲ ਜਾ ਕੇ ਅਟੈਚ ਹੋ ਜਾਏਗਾ ਤੇ ਜੋ ਤੁਹਾਡਾ ਕਾਰਬਨ ਹੈ, ਕਾਰਬਨ ਤੇ ਪੋਜ਼ਿਟਿਵ ਚਾਰਜ ਜਨਰੇਟ ਹੋ ਜਾਏਗਾ, ਜਿਸ ਤੇ ਕੀ ਕਰੇਗਾ, ਜੋ ਤੁਹਾਡਾ ਕਲੋਰਾਈਡ ਹੈ ਉਹ ਉਸ ਤੇ ਜਾ ਕੇ ਕੀ ਕਰ ਦੇਗਾ, ਅਟੈਕ ਕਰ ਦੇਗਾ। ਤੇ ਇਸ ਤਰ੍ਹਾਂ ਇੱਥੇ ਕੀ ਹੋਏਗਾ, ਤੁਹਾਡਾ ਇਥਾਈਲ ਕਲੋਰਾਈਡ ਦੀ ਜਨਰੇਸ਼ਨ ਹੋ ਸਕਦੀ ਹੈ। ਤੁਸੀਂ ਦੇਖ ਪਾ ਰਹੇ ਹੋ ਕਿ ਪਹਿਲੇ ਸਟੈਪ ਦੇ ਵਿੱਚ ਇਲੈਕਟ੍ਰੋਫਾਈਲ ਨੇ ਅਟੈਕ ਹੋਇਆ ਹੈ ਤੇ ਤੁਹਾਡਾ ਡਬਲ ਬੌਂਡ ਟੁੱਟ ਕੇ ਇੱਥੇ ਦੋ ਨਵੇਂ ਸਿਗਮਾ ਬੌਂਡ ਐਡ ਹੋਏ ਨੇ। ਇਸੇ ਕਰਕੇ ਆਪਾਂ ਬੋਲਦੇ ਹਾਂ ਕਿ ਜੋ ਤੁਹਾਡੀਆਂ ਐਲਕੀਨਸ ਹੁੰਦੀਆਂ ਨੇ ਉਹ ਤੁਹਾਡੀਆਂ ਇਲੈਕਟ੍ਰੋਫਿਲਿਕ ਐਡੀਸ਼ਨ ਰਿਐਕਸ਼ਨਸ ਕੀ ਕਰਦੀਆਂ ਨੇ, ਦਿੰਦੀਆਂ ਨੇ। ਐਲਕੀਨਸ ਕੀ ਦਿੰਦੀਆਂ ਨੇ, ਤੁਹਾਡੀਆਂ ਇਲੈਕਟ੍ਰੋਫਿਲਿਕ ਐਡੀਸ਼ਨ ਰਿਐਕਸ਼ਨਸ ਦਿੰਦੀਆਂ ਨੇ। ਦੈਟ ਮੀਨਸ ਥਰਡ ਕੇਸ ਦੇ ਵਿੱਚ ਵੀ ਤੁਹਾਡਾ ਇਥਾਈਲ ਕਲੋਰਾਈਡ ਬਣ ਰਿਹਾ ਹੈ। ਦੈਟ ਮੀਨਸ ਜੋ ਤੁਹਾਡਾ ਫਸਟ ਆਪਸ਼ਨ ਤੇ ਥਰਡ ਆਪਸ਼ਨ ਦੋਨੋਂ ਹੀ ਤੁਹਾਡੇ ਇਥਾਈਲ ਕਲੋਰਾਈਡ ਦੀ ਜਨਰੇਸ਼ਨ ਕਰਦੇ ਨੇ। ਤਾਂ ਇਹਦਾ ਕਰੈਕਟ ਆਂਸਰ ਆਏਗਾ ਤੁਹਾਡਾ 4। Question number 9. To which of the following compounds H2 add most readily? ਤਾਂ H2 ਨੇ ਐਡ ਹੋਣਾ ਹੈ ਸਭ ਤੋਂ ਜ਼ਿਆਦਾ ਫਾਸਟ, ਕੌਣ ਐਡ ਕਰੇਗਾ? ਤਾਂ ਦੇਖੋ ਜਿਸ ਐਲਕੀਨ ਤੇ H2 ਨੇ ਐਡ ਹੋਣਾ ਹੈ, ਕਿਉਂਕਿ ਐਡ ਉਸੇ ਐਲਕੀਨ ਤੇ ਹੋਏਗੀ ਜੋ ਐਲਕੀਨ ਤੁਹਾਡੀ ਕੀ ਹੋਏਗੀ, ਲੈਸ ਸਟੇਬਲ ਹੋਏਗੀ। ਐਲਕੀਨ ਲੈਸ ਸਟੇਬਲ ਜੋ ਹੋਏਗੀ ਉਸ ਤੇ ਹੀ ਹਾਈਡਰੋਜਨ ਸਭ ਤੋਂ ਜਾ ਕੇ ਪਹਿਲਾਂ ਅਟੈਕ ਕਰੇਗਾ। ਰੀਜ਼ਨ ਕੀ ਹੈ ਕਿ ਜੋ ਐਲਕੀਨ ਸਟੇਬਲ ਹੈ, ਤਾਂ ਸਟੇਬਲ ਐਲਕੀਨ ਕਿਉਂ ਰਿਐਕਸ਼ਨ ਕਰਨਾ ਚਾਹੇਗੀ ਫਾਸਟ? ਜੋ ਚੀਜ਼ ਪਹਿਲਾਂ ਤੋਂ ਹੀ ਸਟੇਬਲ ਹੈ ਉਹ ਰਿਐਕਸ਼ਨ ਦੇ ਵਿੱਚ ਫਰਦਰ ਕਿਉਂ ਜਾਣਾ ਚਾਹੇਗੀ, ਹੈ ਨਾ? ਤਾਂ ਜੋ ਚੀਜ਼ ਅਨਸਟੇਬਲ ਹੁੰਦੀ ਹੈ ਉਹ ਜ਼ਿਆਦਾ ਰਿਐਕਟਿਵ ਹੁੰਦੀ ਹੈ। ਸਟੇਬਿਲਿਟੀ ਐਂਡ ਰਿਐਕਟਿਵਿਟੀ ਆਰ ਇਨਵਰਸਲੀ ਪ੍ਰਪੋਰਸ਼ਨਲ ਟੂ ਈਚ ਅਦਰ। ਤਾਂ ਇਹਨਾਂ ਨੇ ਆਪਾਂ ਨੂੰ ਪੁੱਛਿਆ ਹੈ ਕਿ ਕਿਹੜੀ ਐਲਕੀਨ ਇਹਨਾਂ ਵਿੱਚੋਂ ਜ਼ਿਆਦਾ ਰਿਐਕਟਿਵ ਹੈ। ਤਾਂ ਰਿਐਕਟਿਵਿਟੀ ਦਾ ਮਤਲਬ ਕੀ ਹੈ, ਸਟੇਬਿਲਿਟੀ ਜਿਸ ਦੀ ਘੱਟ ਹੈ। ਤਾਂ ਤੁਸੀਂ ਦੇਖ ਸਕਦੇ ਹੋ ਜੋ ਤੁਹਾਡਾ ਪਹਿਲਾ ਸਿਸਟਮ ਹੈ ਇੱਥੇ ਕਿਸੇ ਵੀ ਤਰ੍ਹਾਂ ਦੀ ਅਲਫਾ ਹਾਈਡਰੋਜਨ ਪ੍ਰੈਜ਼ੈਂਟ ਨਹੀਂ ਆ, ਕਿਉਂਕਿ ਜੋ ਆਪਾਂ ਸਟੇਬਿਲਿਟੀ ਆਫ ਐਲਕੀਨ ਦੀ ਗੱਲ ਕਰਦੇ ਹਾਂ ਉਹ ਆਪਾਂ ਇਹਨਾਂ ਦੇ ਹਾਈਪਰ ਕੌਨਜੂਗੇਟਿੰਗ ਸਟਰਕਚਰ ਜੋ ਕਿ ਆਪਾਂ ਅਲਫਾ ਹਾਈਡਰੋਜਨ ਕਾਊਂਟ ਕਰਕੇ ਦੱਸਦੇ ਹਾਂ ਉਹਨਾਂ ਤੋਂ ਡਿਫਾਈਨ ਕਰਦੇ ਹਾਂ ਆਪਾਂ ਅਲਫਾ ਹਾਈਡਰੋਜਨਸ ਤੋਂ। ਤਾਂ ਜਿਸ ਐਲਕੀਨ ਦੇ ਵਿੱਚ ਜਿੰਨੇ ਜ਼ਿਆਦਾ ਅਲਫਾ ਹਾਈਡਰੋਜਨਸ ਹੋਣਗੇ ਉਹ ਐਲਕੀਨ ਤੁਹਾਡੀ ਓਨੀ ਹੀ ਜ਼ਿਆਦਾ ਸਟੇਬਲ ਹੋਏਗੀ। ਇੱਥੇ ਦੇਖ ਸਕਦੇ ਹੋ ਸੈਕਿੰਡ ਦੇ ਕੇਸ ਦੇ ਵਿੱਚ 3 ਅਲਫਾ ਹਾਈਡਰੋਜਨ ਨੇ, ਤੁਹਾਡਾ ਥਰਡ ਕੇਸ ਦੇ ਵਿੱਚ ਤੁਹਾਡੇ 6 ਅਲਫਾ ਹਾਈਡਰੋਜਨ ਨੇ, ਤੇ ਜੋ ਤੁਹਾਡਾ ਫੋਰਥ ਕੇਸ ਹੈ ਇਹਦੇ ਵਿੱਚ ਦੇਖੋ 3 ਇੱਥੇ 3 ਇੱਥੇ ਤੇ 3 ਇੱਥੇ ਨੇ, 9 ਅਲਫਾ ਹਾਈਡਰੋਜਨ ਤੁਹਾਡੇ
ਪ੍ਰੈਜ਼ੈਂਟ ਨੇ। ਤਾਂ ਇਹ ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਜੋ ਤੁਹਾਡੀ ਸਟੇਬਿਲਿਟੀ ਐਂਡ ਜੋ ਤੁਹਾਡੀ ਰਿਐਕਟਿਵਿਟੀ ਹੈ that are inversely proportional to each other। ਤਾਂ ਕਰਕੇ ਇੱਥੇ correct answer ਕੀ ਆਏਗਾ ਤੁਹਾਡਾ first option। Question number 10, reaction of alkenes with halogen is explosive in case of your fluorine। ਤਾਂ ਤੁਸੀਂ ਦੇਖ ਸਕਦੇ ਹੋ ਕਿਉਂ ਹੁੰਦਾ ਹੈ, ਕਿਉਂਕਿ ਫਲੋਰੀਨ ਨੂੰ ਜੋ ਬੌਂਡ ਹੁੰਦਾ ਹੈ ਬਹੁਤ ਹੀ ਜ਼ਿਆਦਾ small ਹੁੰਦਾ ਹੈ, ਬੌਂਡ ਲੈਂਥ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ। ਤਾਂ ਇਸ ਨੂੰ ਤੋੜਨ ਦੇ ਲਈ ਤੁਹਾਨੂੰ ਬਹੁਤ ਹੀ ਜ਼ਿਆਦਾ amount of energy ਕੀ ਹੁੰਦਾ ਹੈ ਕਿ ਜਦੋਂ ਇਹ ਬ੍ਰੇਕ ਹੋਏਗਾ ਬੌਂਡ ਤਾਂ tremendous amount of energy ਕੀ ਹੁੰਦੀ ਹੈ, ਲਿਬਰੇਟ ਹੁੰਦੀ ਹੈ। ਤਾਂ ਰਿਐਕਸ਼ਨ ਕਾਫੀ ਐਕਸੋਥਰਮਿਕ ਹੁੰਦੀ ਹੈ, ਜਿਸ ਕਰਕੇ ਇਸ ਬੌਂਡ ਨੂੰ ਤੋੜਨਾ ਐਕਸਪਲੋਸਿਵਨੈਸ ਨੂੰ ਕ੍ਰੀਏਟ ਕਰ ਸਕਦਾ ਹੈ। ਤਾਂ ਕਰਕੇ ਇਹ ਜਨਰਲੀ ਆਪਾਂ ਕਦੇ ਵੀ ਫਲੋਰੀਨ ਨੂੰ ਯੂਜ਼ ਬਹੁਤ ਹੀ ਰੇਅਰਲੀ ਕਰਦੇ ਹਾਂ ਕਿਸੇ ਵੀ ਰਿਐਕਸ਼ਨ ਦੇ ਵਿੱਚ, ਕਿਉਂਕਿ ਫਲੋਰੀਨ ਦੇ ਨਾਲ ਅਗਰ ਤੁਸੀਂ ਰਿਐਕਸ਼ਨ ਨੂੰ ਪ੍ਰੋਸੀਡ ਕਰਵਾਉਂਦੇ ਹੋ ਤਾਂ ਉਹ ਰਿਐਕਸ਼ਨ ਕੀ ਹੋ ਸਕਦੀ ਹੈ, ਤੁਹਾਡੀ ਐਕਸਪਲੋਡ ਕਰ ਸਕਦੀ ਹੈ। ਤਾਂ ਕਰਕੇ ਇੱਥੇ 10th ਦਾ ਕੀ ਆਨਸਰ ਆਏਗਾ ਤੁਹਾਡਾ ਫਸਟ ਆਪਸ਼ਨ। when HBr adds to your 1-butene, ਸਭ ਤੋਂ ਪਹਿਲਾਂ ਤੁਸੀਂ ਇੱਥੇ 1-butene ਨੂੰ ਜਨਰੇਟ ਕਰ। this is the structure of your 1-butene। ਕਹਿੰਦੇ ਜਦੋਂ ਇਸ ਦੀ ਰਿਐਕਸ਼ਨ ਤੁਸੀਂ HBr in the presence of peroxide ਡਾਲੋਗੇ ਤਾਂ ਪ੍ਰੋਡਕਟ ਕੀ ਬਣੇਗਾ। ਧਿਆਨ ਰੱਖਣਾ, ਜਦੋਂ ਵੀ ਅਗਰ ਸਿੰਪਲੀ ਤੁਹਾਨੂੰ HBr ਹੁੰਦਾ, ਅਗਰ ਓਨਲੀ HBr ਗਿਵਨ ਹੁੰਦਾ ਤਾਂ ਜੋ ਇੱਥੇ ਪ੍ਰੋਡਕਟ ਬਣਦਾ ਉਹ ਪ੍ਰੋਡਕਟ ਬਣਦਾ ਤੁਹਾਡਾ ਮਾਰਕੋਨਿਕ ਆਫ ਐਡੀਸ਼ਨ ਦੇ ਨਾਲ। ਬਟ ਇੱਥੇ ਕੀ ਪਾਇਆ ਹੋਇਆ ਹੈ, ਪੈਰੋਕਸਾਈਡ। ਤੇ ਪੈਰੋਕਸਾਈਡ ਕੀ ਹੁੰਦੇ ਨੇ ਤੁਹਾਡੇ ਰੈਡੀਕਲ ਇਨੀਸ਼ੀਏਟਰਸ ਹੁੰਦੇ ਨੇ। ਪੈਰੋਕਸਾਈਡ ਕੀ ਹੁੰਦੇ ਨੇ ਤੁਹਾਡੇ ਰੈਡੀਕਲ ਇਨੀਸ਼ੀਏਟਰਸ ਹੁੰਦੇ ਨੇ। ਤੇ ਰੈਡੀਕਲ ਇਨੀਸ਼ੀਏਟਰ ਮਤਲਬ ਕਿਹੜਾ ਮੈਕੈਨਿਜ਼ਮ ਜਨਰੇਟ ਕਰਦੇ ਨੇ, ਇਹ ਫ੍ਰੀ ਰੈਡੀਕਲ ਮੈਕੈਨਿਜ਼ਮ ਕਰਦੇ ਨੇ। ਤਾਂ ਇੱਥੇ ਜੋ ਵੀ ਪ੍ਰੋਡਕਟ ਬਣਾਓਗੇ ਪੈਰੋਕਸਾਈਡ ਦੀ ਪ੍ਰੈਜ਼ੈਂਸ ਦੇ ਵਿੱਚ, ਉਹ ਕਿਹੜਾ ਰੂਲ ਫੋਲੋ ਕਰਦਾ ਹੈ, ਤੁਹਾਡਾ ਐਂਟੀ ਮਾਰਕੋਨਿਕ ਆਫ ਰੂਲ ਨੂੰ ਫੋਲੋ ਕਰਦਾ ਹੈ। ਤਾਂ ਐਂਟੀ ਮਾਰਕੋਨਿਕ ਆਫ ਰੂਲ ਕੀ ਕਹਿੰਦਾ ਹੈ, ਮੈਂ ਤੁਹਾਨੂੰ ਫੇਰ ਰਿਪੀਟ ਕਰ ਦਿੰਦਾ ਹਾਂ ਕਿ ਜੋ ਵੀ ਤੁਹਾਡਾ ਰੀਜੈਂਟ ਹੈ, ਜੋ ਵੀ ਤੁਹਾਡਾ ਰੀਜੈਂਟ ਹੈ, ਰੀਜੈਂਟ ਦਾ ਜੋ ਪੋਜ਼ਿਟਿਵ ਪਾਰਟ ਹੈ, ਰੀਜੈਂਟ ਦਾ ਜੋ ਪੋਜ਼ਿਟਿਵ ਪਾਰਟ ਹੈ ਅਟੈਕ ਕਰੇਗਾ ਉੱਥੇ ਜਿੱਥੇ ਘੱਟ ਨੰਬਰ ਆਫ ਹਾਈਡਰੋਜਨ ਐਟਮਸ ਹੋਣਗੇ। ਅਟੈਕ ਔਨ ਕਾਰਬਨ having less hydrogen atom, attack on carbon having less carbon atom, less hydrogen atom। ਜਿਸ ਕੋਲ ਹਾਈਡਰੋਜਨ ਐਟਮਸ ਘੱਟ ਹੋਣਗੇ ਉਸ ਕਾਰਬਨ ਤੇ ਕੀ ਕਰਦਾ ਹੈ, ਇਹ ਅਟੈਕ ਕਰੇਗਾ। ਤਾਂ ਹੁਣ ਤੁਸੀਂ ਦੇਖ ਸਕਦੇ ਹੋ, ਕਿਉਂਕਿ ਦੇਖੋ HBr ਹੈ ਤਾਂ ਜੋ ਇਸ ਦਾ ਪੋਜ਼ਿਟਿਵ ਪਾਰਟ ਹੈ ਉਹ ਕੀ ਹੈ, ਤੁਹਾਡਾ H ਹੈ, ਤੇ ਜੋ ਨੈਗੇਟਿਵ ਪਾਰਟ ਹੈ ਉਹ ਹੈ ਤੁਹਾਡਾ Br ਹੈ। ਠੀਕ ਹੈ, ਇੱਥੇ ਇਲੈਕਟ੍ਰੋਫਾਈਲ H ਪੋਜ਼ਿਟਿਵ ਹੋ ਜਾਏਗਾ, ਨਿਊਕਲੀਓਫਾਈਲ ਤੁਹਾਡਾ Br ਰੈਡੀਕਲ ਹੈ, Br ਡੈਲਟਾ ਨੈਗੇਟਿਵ ਹੋ ਜਾਏਗਾ। ਤਾਂ ਤੁਹਾਡਾ ਅਕੋਰਡਿੰਗ ਟੂ ਐਂਟੀ ਮਾਰਕੋਨਿਕ ਆਫ ਰੂਲ ਕਿੱਥੇ ਅਟੈਕ ਕਰੇਗਾ, ਜਿੱਥੇ ਹਾਈਡਰੋਜਨ ਐਟਮ ਤੁਹਾਡੇ ਘੱਟ ਅਟੈਚ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਡੇ ਹਾਈਡਰੋਜਨ ਘੱਟ ਅਟੈਚ ਨੇ ਇਸ ਡਬਲ ਬੌਂਡਡ ਕਾਰਬਨ ਤੇ, ਤਾਂ ਜੋ ਤੁਹਾਡਾ ਰੀਜੈਂਟ ਹੈ ਉਸਦਾ ਜੋ ਪੋਜ਼ਿਟਿਵ ਪਾਰਟ ਹੈ ਉਹ ਇੱਥੇ ਅਟੈਕ ਕਰੇਗਾ। ਦੈਟ ਮੀਨਸ ਜੋ ਇੱਥੇ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, CH2CH2। ਇੱਥੇ ਤੁਹਾਡਾ ਹਾਈਡਰੋਜਨ ਅਟੈਚ ਹੋਏਗਾ ਤੇ ਜੋ ਤੁਹਾਡਾ ਟਰਮੀਨਲ ਕਾਰਬਨ ਹੈ ਇੱਥੇ ਤੁਹਾਡਾ Br ਅਟੈਚ ਹੋਏਗਾ। ਦੈਟ ਮੀਨਸ ਇੱਥੇ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, ਤੁਹਾਡਾ 1-bromobutane। ਧਿਆਨ ਰੱਖਣਾ, ਗਲਤੀ ਚ ਆਪਾਂ ਬਿਊਟੇਨ ਨਾ ਟਿਕ ਕਰ ਦਈਏ ਐਗਜ਼ਾਮ ਦੇ ਵਿੱਚ। ਤਾਂ ਆਪਸ਼ਨ ਨੂੰ ਥੋੜਾ ਜਿਹਾ ਧਿਆਨ ਨਾਲ ਦੇਖ ਲੈਣਾ, ਆਪਣੇ ਕੋਲ ਇੱਥੇ 1-bromobutane ਬਣਿਆ ਹੈ। ਹਲਕਾ ਜਿਹਾ ਹੁਣ ਇਸਦਾ ਮੈਕੈਨਿਜ਼ਮ ਦੇਖੋ ਸਿੱਖ ਲੈਂਦੇ ਹਾਂ ਕਿ ਕਿੱਦਾਂ ਇਹ ਪ੍ਰੋਸੀਡ ਰਿਐਕਸ਼ਨ ਕੀਤੀ ਹੈ। ਤਾਂ ਦੇਖੋ ਆਪਣੇ ਕੋਲ ਰਿਐਕਸ਼ਨ ਚ ਗਿਵਨ ਸੀ ਬੈਂਜ਼ਾਇਲ ਕਲੋਰਾਈਡ। ਸੋ ਦਿਸ ਇਜ਼ ਦਾ ਸਟਰਕਚਰ ਆਫ ਯੂਅਰ ਬੈਂਜ਼ਾਇਲ ਕਲੋਰਾਈਡ। ਤਾਂ ਜਦੋਂ ਤੁਸੀਂ ਬੈਂਜ਼ਾਇਲ ਕਲੋਰਾਈਡ ਤੇ ਦੇਖੋ, ਜੋ ਤੁਹਾਡੇ ਆਕਸੀਜਨ ਨੇ ਦੇਖੋ ਸਾਈਡ ਬਾਈ ਸਾਈਡ ਜੋ ਪਏ ਨੇ, ਇਹਨਾਂ ਕੋਲ ਆਕਸੀਜਨ ਤੇ ਕੀ ਪਏ ਨੇ, ਲੋਨ ਪੇਅਰ ਪਏ ਨੇ। ਤਾਂ ਲੋਨ ਪੇਅਰ ਹੋਣ ਕਰਕੇ ਜੋ ਤੁਹਾਡਾ ਆਕਸੀਜਨ ਦਾ ਇਹ ਬੌਂਡ ਹੁੰਦਾ ਹੈ ਇਹ ਕੀ ਹੁੰਦਾ ਹੈ, ਅਨਸਟੇਬਲ ਹੁੰਦਾ ਹੈ ਡਿਊ ਟੂ ਦਾ ਸਟੈਰਿਕ ਰਿਪਲਸ਼ਨ। ਤਾਂ ਜੋ ਤੁਹਾਡੇ ਇਲੈਕਟ੍ਰੋਨਿਕ ਰਿਪਲਸ਼ਨ ਹੋਣ ਕਰਕੇ ਬੌਂਡ ਕੀ ਹੁੰਦਾ ਹੈ, ਕਮਜ਼ੋਰ ਹੁੰਦਾ ਹੈ, ਵੀਕ ਹੁੰਦਾ ਹੈ। ਕਿਉਂਕਿ ਦੋਨੋਂ ਬੌਂਡ ਇੱਕੋ ਜਿਹੇ ਨੇ, ਐਟਮਸ ਇੱਕੋ ਜਿਹੇ ਨੇ, ਤਾਂ ਇਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਨਹੀਂ ਆ। ਤਾਂ ਇਹ ਕਿੱਦਾਂ ਬ੍ਰੇਕ ਕਰਦਾ ਹੈ, ਤੁਹਾਡਾ ਹੋਮੋਲਿਟਿਕਲੀ ਕਲੀਵ ਕਰਦਾ ਹੈ। ਤਾਂ ਫਿਨਾਈਲ C ਡਬਲ ਬੌਂਡ O ਅਤੇ O ਰੈਡੀਕਲ ਜਨਰੇਟ ਹੁੰਦਾ ਹੈ, ਜੋ ਕਿ ਇਮੀਡੀਏਟਲੀ ਤੁਹਾਡਾ ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ, ਤੁਹਾਡਾ ਕਾਰਬਨ ਡਾਈਆਕਸਾਈਡ ਗੈਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਤੇ ਇੱਥੇ ਤੁਹਾਡਾ ਫਿਨਾਈਲ ਰੈਡੀਕਲ ਜਨਰੇਟ ਹੁੰਦਾ ਹੈ। ਨੈਕਸਟ ਸਟੈਪ ਦੇ ਵਿੱਚ ਦੇਖੋ ਕੀ ਹੁੰਦਾ ਹੈ ਕਿ ਜੋ ਤੁਸੀਂ HBr ਲਿੱਤਾ ਹੈ, ਕਿਉਂਕਿ ਪੈਰੋਕਸਾਈਡ ਹੈ ਰੈਡੀਕਲ ਇਨੀਸ਼ੀਏਟ ਹੋ ਗਿਆ, ਤਾਂ ਜੋ ਰੈਡੀਕਲ ਇੱਥੇ ਇਨੀਸ਼ੀਏਟ ਹੋਏ ਨੇ ਉਹ ਕੀ ਕਰਦਾ ਹੈ,
ਇੱਥੇ HBr ਨੂੰ ਰੈਡੀਕਲੀ ਕਨਵਰਟ ਕਰ ਦਿੰਦਾ ਹੈ H ਰੈਡੀਕਲ ਤੇ Br ਰੈਡੀਕਲ ਦੇ ਵਿੱਚ, ਤੇ ਜੋ ਤੁਹਾਡਾ ਫਿਨਾਈਲ ਰੈਡੀਕਲ ਜਨਰੇਟ ਹੋਇਆ ਸੀ ਉਹ ਤੁਹਾਡੇ H ਰੈਡੀਕਲ ਦੇ ਨਾਲ ਕੰਬਾਈਨ ਕਰਕੇ ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ, ਤੁਹਾਡੇ ਬੈਂਜ਼ੀਨ ਰਿੰਗ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਤੇ ਜੋ ਤੁਹਾਡਾ ਹੁਣ ਇੱਥੇ Br ਰੈਡੀਕਲ ਹੈ, ਦੇਖੋ ਉਹ ਕੀ ਕਰੇਗਾ, ਤੁਹਾਡੇ ਜੋ ਤੁਹਾਡਾ ਗਿਵਨ ਸਿਸਟਮ ਸੀ 1 ਬਿਊਟੀਨ, ਤਾਂ 1 ਬਿਊਟੀਨ ਦੇ ਵਿੱਚ ਕੀ ਹੋਏਗਾ, ਦੇਖੋ ਹੁਣ ਰੈਡੀਕਲ ਜਨਰੇਟ ਕਰਨਾ ਹੈ, ਤਾਂ ਜਦੋਂ ਇਹ ਹੋਮੋਲਿਟਿਕਲੀ ਕੀ ਲੀਵ ਕਰਨਗੇ ਤਾਂ ਇਸ ਤਰ੍ਹਾਂ ਰੈਡੀਕਲ ਜਨਰੇਟ ਹੋਣਗੇ। ਤਾਂ ਜੋ ਹੁਣ ਤੁਹਾਡੇ ਕੋਲ Br ਰੈਡੀਕਲ ਬਚਿਆ ਹੈ ਤਾਂ ਉਹਦੇ ਕੋਲ ਦੇਖੋ ਦੋ ਆਪਸ਼ਨ ਨੇ ਕਿ ਕਿਸ ਪੋਜੀਸ਼ਨ ਤੇ ਅਟੈਕ ਕਰੇਗਾ, ਕਿੱਥੇ ਅਟੈਚ ਹੋਏਗਾ। ਤਾਂ ਮੈਂ ਵਾਰੀ-ਵਾਰੀ ਦੋਨਾਂ ਤੇ ਅਟੈਚ ਕਰਕੇ ਦਿਖਾਣਾ ਹਾਂ, ਤੁਸੀਂ ਆਪਾਂ ਖੁਦ ਡਿਸਾਈਡ ਕਰਾਂਗੇ ਕਿ ਕਿੱਥੇ ਅਟੈਚ ਕਰਨ ਤੇ ਉਹ ਜ਼ਿਆਦਾ ਸਟੇਬਲ ਹੋਏਗਾ। ਤਾਂ ਅਗਰ ਮੰਨ ਲਓ ਉਹ ਦੂਸਰੇ ਨੰਬਰ ਤੇ ਅਟੈਚ ਕਰਦਾ ਹੈ, ਤੁਹਾਡੇ ਕੋਲ ਆਹ ਜਨਰੇਟ ਹੁੰਦਾ ਹੈ। ਅਗਰ Br ਰੈਡੀਕਲ ਤੁਹਾਡਾ ਪਹਿਲੇ ਨੰਬਰ ਤੇ ਅਟੈਚ ਕਰਦਾ ਹੈ ਤਾਂ ਜੋ ਤੁਹਾਡਾ ਰੈਡੀਕਲ ਜਨਰੇਟ ਹੋਏਗਾ ਉਹ ਕੀ ਹੋਏਗਾ, CH ਰੈਡੀਕਲ CH2Br। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡਾ ਮੈਂ ਪਹਿਲਾਂ ਲਿਖਿਆ ਹੈ ਆਹ ਵਾਲਾ this is your 1 degree radical, ਤੇ ਜੋ ਤੁਹਾਡਾ ਮੈਂ ਸੈਕਿੰਡ ਨੰਬਰ ਤੇ ਲਿਖਿਆ ਹੈ this is your secondary radical। ਤੇ ਜੋ ਤੁਹਾਡੇ secondary radical ਹੁੰਦੇ ਨੇ ਉਹ ਜ਼ਿਆਦਾ ਸਟੇਬਲ ਹੁੰਦੇ ਨੇ, ਇਸੇ ਕਰਕੇ ਜੋ ਪ੍ਰੋਡਕਟ ਬਣੇਗਾ ਉਹ ਇਸ ਤੋਂ ਬਣੇਗਾ। ਤਾਂ ਜੋ ਇੱਕ H ਰੈਡੀਕਲ ਫਿਰ ਤੋਂ ਜਨਰੇਟ ਹੋਏਗਾ ਉਹ ਤੁਹਾਡੇ ਇਸ ਕਾਰਬਨ ਰੈਡੀਕਲ ਦੇ ਨਾਲ ਕੰਬਾਈਨ ਕਰਕੇ ਅਤੇ CH2 ਵਿੱਚ ਕਨਵਰਟ ਹੋ ਜਾਏਗਾ, ਤਾਂ ਜੋ ਤੁਹਾਡਾ ਫਾਈਨਲ ਪ੍ਰੋਡਕਟ ਕੀ ਬਣੇਗਾ, ਤੁਹਾਡਾ ਇੱਥੇ ਕੀ ਬਣ ਜਾਏਗਾ CH3 CH2, ਇੱਥੇ ਕੀ ਬਣ ਜਾਏਗਾ, ਇੱਕ H ਰੈਡੀਕਲ ਜਦੋਂ ਕੰਬਾਈਨ ਹੋਏਗਾ CH2 ਕਨਵਰਟ ਹੋ ਜਾਏਗਾ ਤੇ ਐਂਡ ਵਾਲੇ ਤੇ ਕੀ ਹੈ ਤੁਹਾਡਾ CH2Br। ਸੋ ਦਿਸ ਇਜ਼ ਦਾ ਹੋਲ ਮੈਕੈਨਿਜ਼ਮ ਕਿ ਹਾਊ ਤੁਹਾਡਾ ਇਹ ਰਿਐਕਸ਼ਨ ਪਰਆਕਸਾਈਡ ਦੇ ਪ੍ਰੈਜ਼ੈਂਸ ਦੇ ਵਿੱਚ ਵਰਕ ਕਰਦੀ ਹੈ। ਤੇ ਇੱਥੇ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, ਤੁਹਾਡਾ ਐਂਟੀ ਮਾਰਕੋਨਿਕ ਆਫ ਰੂਲ ਦੇ ਨਾਲ ਵੈਸੇ ਤੁਸੀਂ ਬਣਾਓਗੇ, ਕਿਉਂਕਿ ਤੁਹਾਡੇ ਕੋਲ ਪੇਪਰ 'ਚ ਇੰਨਾ ਟਾਈਮ ਨਹੀਂ ਹੋਣਾ ਕਿ ਤੁਸੀਂ ਰਿਐਕਸ਼ਨ ਦਾ ਪ੍ਰੋਪਰ ਮੈਕੈਨਿਜ਼ਮ ਕਰਕੇ ਦਿਖਾਓ। ਤਾਂ ਤੁਸੀਂ ਬਸ ਧਿਆਨ ਰੱਖਣਾ ਹੈ ਕਿ ਜਦੋਂ ਵੀ ਤੁਹਾਡੇ ਕੋਲ HBr ਦੀ ਰਿਐਕਸ਼ਨ ਪਰਆਕਸਾਈਡ ਦੀ ਕੇਸ ਆਂਦੀ ਹੈ ਤਾਂ ਉਸ ਨੂੰ ਤੁਸੀਂ ਐਂਟੀ ਮਾਰਕੋਨਿਕ ਆਫ ਰੂਲ ਦੇ ਨਾਲ ਪ੍ਰੋਡਕਟ ਨੂੰ ਬਣਾਓ। ਠੀਕ ਹੈ, ਮੈਕੈਨਿਜ਼ਮ ਉੱਥੇ ਆਪਣੇ ਕੋਲ ਇੰਨਾ ਟਾਈਮ ਨਹੀਂ ਹੋਣਾ ਕਿ ਰਿਐਕਸ਼ਨ ਨੂੰ ਤੁਸੀਂ ਮੈਕੈਨਿਜ਼ਮ ਦੇ ਨਾਲ ਡੀਲ ਕਰੋ। ਦੇਖੋ ਇਸ ਰਿਐਕਸ਼ਨ ਦਾ ਨਾ ਪਰਆਕਸਾਈਡ ਦੇ ਇਫੈਕਟ ਦੇ ਵਿੱਚ ਇੱਕ ਨਾਮ ਵੀ ਹੁੰਦਾ ਹੈ, ਇਹਨੂੰ ਆਪਾਂ ਬੋਲਦੇ ਹਾਂ ਖਰਾਸ਼ ਇਫੈਕਟ, ਜਾਂ ਇਸ ਨੂੰ ਸਮਟਾਈਮਸ ਆਪਾਂ ਪਰਆਕਸਾਈਡ ਇਫੈਕਟ ਵੀ ਬੋਲ ਦਿੰਦੇ ਹਾਂ, ਕਿ ਜੋ ਤੁਹਾਡਾ ਇੱਥੇ ਪ੍ਰੋਡਕਟ ਐਂਟੀ ਮਾਰਕੋਨਿਕ ਆਫ ਰੂਲ ਦੇ ਅਕੋਰਡਿੰਗ ਬਣਦਾ ਹੈ। ਕੁਐਸਚਨ ਨੰਬਰ 12, ਐਨ ਐਲਕੀਨ ਕਹਿੰਦੇ ਔਨ ਓਜ਼ੋਨੋਲਿਸਿਸ ਤੇ ਹਾਈਡਰੋਲਿਸਿਸ ਕਰਨ ਤੋਂ ਬਾਅਦ in the presence of zinc, that means ਕਿਹੜੀ ਰਿਐਕਸ਼ਨ ਹੈ ਇਹ, ਰਿਡਕਟਿਵ ਓਜ਼ੋਨੋਲਿਸਿਸ ਹੈ। ਰਿਡਕਟਿਵ ਓਜ਼ੋਨੋਲਿਸਿਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਐਲਕੀਨ ਦੀ ਓਜ਼ੋਨੋਲਿਸਿਸ ਕਰਵਾਉਂਦੇ ਹੋ ਰਿਡਕਟਿਵ, ਤਾਂ ਉਹ ਤੁਹਾਡੇ ਪ੍ਰੋਡਕਟ ਨੂੰ ਐਲਡੀਹਾਈਡ ਤੱਕ ਹੀ ਰੋਕ ਦਿੰਦੇ ਨੇ। ਕਹਿੰਦੇ ਆਪਣੇ ਕੋਲ ਆਹ ਪ੍ਰੋਡਕਟ ਬਣਦੇ ਨੇ, ਇੱਕ ਤੁਹਾਡੇ ਕੋਲ ਐਸੀਟਾਲਡੀਹਾਈਡ ਬਣਦਾ ਹੈ, ਦੂਸਰਾ ਤੁਹਾਡੇ ਕੋਲ ਫਾਰਮੈਲਡੀਹਾਈਡ ਬਣਦਾ ਹੈ। ਤੁਸੀਂ ਦੱਸਣੀ ਹੈ ਕਿ ਐਲਕੀਨ ਕੀ ਹੋਏਗੀ। ਤਾਂ ਦੇਖੋ ਪਹਿਲਾਂ ਤਾਂ ਬੇਸ ਸਮਝ ਲੈਂਦੇ ਆ ਕੀ ਸੀ, ਕਿ ਜੋ ਵੀ ਤੁਹਾਡੀ ਐਲਕੀਨ ਸੀ ਜਦੋਂ ਤੁਸੀਂ ਉਸਦੀ ਰਿਡਕਟਿਵ ਓਜ਼ੋਨੋਲਿਸਿਸ ਕਰਵਾਉਂਦੇ ਹੋ ਤਾਂ ਰਿਡਕਟਿਵ ਓਜ਼ੋਨੋਲਿਸਿਸ ਕਰਵਾਉਣ ਤੇ ਕੀ ਕਰਦੇ ਸੀ, ਤੁਸੀਂ ਡਬਲ ਬੌਂਡ ਨੂੰ ਕਲੀਵ ਕਰਕੇ ਦੋਨੋਂ ਸਾਈਡ ਤੁਸੀਂ ਆਕਸੀਜਨ ਨੂੰ ਪ੍ਰੋਵਾਈਡ ਕਰ ਦਿੰਦੇ ਸੀ, ਦੋਨੋਂ ਸਾਈਡ ਕੀ ਕਰਦੇ ਸੀ ਤੁਸੀਂ ਆਕਸੀਜਨ ਨੂੰ ਪ੍ਰੋਵਾਈਡ ਕਰ ਦਿੰਦੇ ਸੀ। ਤਾਂ ਹੁਣ ਥੋੜਾ ਜਿਹਾ ਆਪਾਂ ਬੈਕ ਜਾ ਸਕਦੇ ਹਾਂ, ਰਿਐਕਸ਼ਨ ਨੂੰ ਕਰਨ ਦੇ ਲਈ ਆਪਾਂ ਕੀ ਕਰਦੇ ਹਾਂ, ਹੁਣ ਤੁਹਾਨੂੰ ਦੇਖੋ ਆਹ ਪ੍ਰੋਡਕਟ ਗਿਵਨ ਨੇ, ਤੁਸੀਂ ਐਲਕੀਨ ਦੱਸਣੀ ਹੈ, ਤਾਂ ਪ੍ਰੋਡਕਟ ਤੋਂ ਐਲਕੀਨ ਕਿਵੇਂ ਬਣਾਓਗੇ, ਕਿ ਜੋ ਵੀ ਤੁਹਾਡੇ ਡਬਲ ਬੌਂਡ ਆਕਸੀਜਨ ਲਗਾਏ ਨੇ ਇਸ ਨੂੰ ਗਾਇਬ ਕਰ ਦਿਓ ਤੇ ਕਾਰਬਨ ਕਾਰਬਨ ਨੂੰ ਆਪਸ ਦੇ ਵਿੱਚ ਕੰਬਾਈਨ ਕਰ ਦਿਓ। ਹੁਣ ਆਪਾਂ ਇਦਾਂ ਹੀ ਕਰ ਰਹੇ ਹਾਂ ਕਿ ਪਹਿਲਾਂ ਤੁਹਾਡਾ ਕੀ ਦਿੱਤਾ ਹੋਇਆ ਤੁਹਾਡੇ ਕੋਲ ਐਸੀਟਾਲਡੀਹਾਈਡ, ਤਾਂ ਮੈਂ ਇਦਾਂ ਬਣਾ ਲਿਆ। ਦੂਸਰਾ ਤੁਹਾਡੇ ਕੋਲ ਦਿੱਤਾ ਹੈ ਫਾਰਮੈਲਡੀਹਾਈਡ, ਤਾਂ ਦੋਨਾਂ ਨੂੰ ਮੈਂ ਆਮੋ ਸਾਹਮਣੇ ਲਿਖ ਲਿਆ ਤਾਂ ਕਿ ਜਦੋਂ ਮੈਂ ਇਹਨਾਂ ਨੂੰ ਕੰਬਾਈਨ ਕਰਾਂ ਤਾਂ ਮੈਂ ਆਕਸੀਜਨ ਨੂੰ ਉੱਥੋਂ ਬਾਹਰ ਕੱਢ ਸਕਾਂ ਤੇ ਜਿਹੜੇ ਤੁਹਾਡੇ ਆਹ ਕਾਰਬਨ ਨੇ ਉਹਨਾਂ ਨੂੰ ਡਬਲ ਬੌਂਡ ਦੇ ਨਾਲ ਕੰਬਾਈਨ ਕਰ ਸਕਾਂ। ਤਾਂ ਕਾਰਬਨ ਡਬਲ ਬੌਂਡ ਕਾਰਬਨ, ਰਾਈਟ ਸਾਈਡ ਵਾਲੇ ਕਾਰਬਨ ਤੇ ਦੋਨੋਂ ਹਾਈਡਰੋਜਨ ਪ੍ਰੈਜ਼ੈਂਟ ਨੇ, ਲੈਫਟ ਵਾਲੇ ਤੇ ਤੁਹਾਡਾ ਇੱਕ ਮਿਥਾਈਲ ਗਰੁੱਪ ਤੇ ਹਾਈਡਰੋਜਨ ਪ੍ਰੈਜ਼ੈਂਟ ਨੇ। ਦੈਟ ਮੀਨਸ ਕਿਹੜਾ ਆਪਸ਼ਨ ਬਣਿਆ ਤੁਹਾਡੇ ਕੋਲ ਇੱਥੇ, ਤੁਹਾਡਾ ਫਸਟ ਆਪਸ਼ਨ ਜਨਰੇਟ ਹੋਇਆ ਹੈ। ਤਾਂ ਦੇਖੋ ਬਹੁਤ ਹੀ ਜ਼ਿਆਦਾ ਸਿੰਪਲ ਸੀ, ਤਾਂ ਇਸੇ ਤਰ੍ਹਾਂ ਆਪਾਂ ਪੇਪਰ ਦੇ ਵਿੱਚ ਕਰ ਸਕਦੇ ਹਾਂ। ਕੁਐਸਚਨ ਨੰਬਰ 13 ਕਹਿੰਦੇ ਮਾਰਕੋਨਿਕ ਆਫ ਰੂਲ ਕਿੱਥੇ ਐਪਲੀਕੇਬਲ ਕਰ ਸਕਦੇ ਹੋ। ਤਾਂ ਦੇਖੋ ਮਾਰਕੋਨਿਕ ਆਫ ਰੂਲ ਕੀ ਕਹਿੰਦਾ ਹੈ ਕਿ ਕੋਈ ਵੀ ਅਗਰ ਤੁਹਾਡਾ ਰੀਜੈਂਟ ਹੈ ਤਾਂ ਰੀਜੈਂਟ ਦਾ ਜੋ ਪੋਜ਼ਿਟਿਵ ਪਾਰਟ ਹੈ, ਰੀਜੈਂਟ ਦਾ ਜੋ ਪੋਜ਼ਿਟਿਵ ਪਾਰਟ ਹੈ ਉਹ ਅਟੈਕ ਕਰੇਗਾ on that double bonded carbon, on that double bonded carbon having more number of hydrogen atom, having more number of hydrogen atoms। ਤਾਂ
ਪੋਜ਼ਿਟਿਵ ਪਾਰਟ ਰੀਏਜੈਂਟ ਦਾ ਉਸ ਕਾਰਬਨ ਤੇ ਅਟੈਕ ਕਰੇਗਾ, ਡਬਲ ਬੌਂਡਡ ਕਾਰਬਨ ਤੇ ਜਿਹਦੇ ਕੋਲ ਜ਼ਿਆਦਾ ਨੰਬਰ ਆਫ ਹਾਈਡਰੋਜਨ ਪ੍ਰੈਜ਼ੈਂਟ ਹੋਣਗੀਆਂ। ਤਾਂ ਤੁਸੀਂ ਦੇਖੋ ਪਹਿਲੇ ਕੇਸ ਦੇ ਵਿੱਚ ਦੋਨਾਂ ਕੋਲ ਤਾਂ ਇੱਕੋ ਜਿਹੇ ਕਾਰਬਨ ਨੇ, ਦੋ ਇੱਧਰ ਨੇ ਦੋ ਇੱਧਰ ਨੇ, ਤਾਂ ਇੱਥੇ ਤਾਂ ਮਾਰਕੋਨਿਕ ਰੂਲ ਆਪਾਂ ਡਿਫਰੈਂਸ਼ੀਏਟ ਹੀ ਨਹੀਂ ਕਰ ਪਾਵਾਂਗੇ। ਸੈਕਿੰਡ ਕੇਸ ਦੇ ਵਿੱਚ ਐਲਕੀਨ ਹੀ ਨਹੀਂ ਹੈ, ਐਲਕੇਨ ਹੈ, ਐਲਕੇਨ ਤੇ ਐਪਲੀਕੇਬਲ ਹੀ ਨਹੀਂ ਹੈ। ਥਰਡ ਕੇਸ ਦੇ ਵਿੱਚ ਦੇਖੋ ਤੁਸੀਂ ਇੱਥੇ ਫੇਰ ਥੋੜਾ ਇੱਥੇ ਵੀ ਇੱਕ ਹਾਈਡਰੋਜਨ ਪ੍ਰੈਜ਼ੈਂਟ ਹੈ ਡਬਲ ਬੌਂਡਡ ਤੇ ਇੱਥੇ ਵੀ ਇੱਕ ਹਾਈਡਰੋਜਨ ਪ੍ਰੈਜ਼ੈਂਟ ਹੈ। ਯੂ ਕਾਂਟ ਡਿਫਰੈਂਸ਼ੀਏਟ ਕਿ ਤੁਸੀਂ ਕਿੱਥੇ ਪੋਜ਼ਿਟਿਵ ਪਾਰਟ ਨੂੰ ਅਟੈਚ ਕਰਵਾਓਗੇ, ਤਾਂ ਥਰਡ ਵੀ ਆਪਸ਼ਨ ਨਹੀਂ ਆ ਸਕਦਾ। ਫੋਰਥ ਆਪਸ਼ਨ ਦੇਖੋ ਕਿ ਇਸ ਕਾਰਬਨ ਤੇ ਕੋਈ ਹਾਈਡਰੋਜਨ ਪ੍ਰੈਜ਼ੈਂਟ ਨਹੀਂ ਹੈ, ਜ਼ੀਰੋ ਹਾਈਡਰੋਜਨ, ਬਟ ਇਸ ਕਾਰਬਨ ਤੇ ਤੁਹਾਡੇ ਦੋ ਹਾਈਡਰੋਜਨ ਪ੍ਰੈਜ਼ੈਂਟ ਨੇ, ਤਾਂ ਜੋ ਵੀ ਪੋਜ਼ਿਟਿਵ ਪਾਰਟ ਆਏਗਾ, ਮੰਨ ਲਓ ਮੈਂ ਕੋਈ ਵੀ ਇਲੈਕਟ੍ਰੋਫਾਈਲ ਲੈ ਰਿਹਾ ਹਾਂ, ਤਾਂ ਉਹ ਜੋ ਵੀ ਰੀਏਜੈਂਟ ਦਾ ਪੋਜ਼ਿਟਿਵ ਪਾਰਟ ਹੈ ਉਹ ਕਿੱਥੇ ਅਟੈਕ ਕਰੇਗਾ, ਤੁਹਾਡੇ ਇਸ ਕਾਰਬਨ ਤੇ ਅਟੈਕ ਕਰੇਗਾ ਜਿਸ ਤੇ ਤੁਹਾਡੇ ਦੋ ਹਾਈਡਰੋਜਨ ਪ੍ਰੈਜ਼ੈਂਟ ਨੇ। ਦੈਟ ਮੀਨਸ ਇੱਥੇ ਕੀ ਬਣੇਗਾ, ਪੋਜ਼ਿਟਿਵ ਚਾਰਜ ਆਏਗਾ ਤੇ ਇੱਥੇ ਤੁਹਾਡੇ ਦੋ ਹਾਈਡਰੋਜਨ ਪਹਿਲਾਂ ਤੋਂ ਹੀ ਪ੍ਰੈਜ਼ੈਂਟ ਸੀ ਤੇ ਨਾਲ ਇਲੈਕਟ੍ਰੋਫਾਈਲ ਐਡ ਹੋਏਗਾ। ਨੈਕਸਟ ਸਟੈਪ ਦੇ ਵਿੱਚ ਜੋ ਰੀਏਜੈਂਟ ਦਾ ਨਿਊਕਲੀਓਫਾਈਲ ਹੈ ਉਹ ਇਸ ਕਾਰਬੋਕੇਟਾਇਨ ਤੇ ਕੀ ਕਰ ਦੇਗਾ, ਅਟੈਕ ਕਰਕੇ ਕੀ ਹੋ ਜਾਏਗਾ, ਇਸ ਤੇ ਅਟੈਚ ਹੋ ਜਾਏਗਾ। ਤਾਂ ਇਸ ਤਰ੍ਹਾਂ ਰਿਐਕਸ਼ਨ ਇਸ ਤਰ੍ਹਾਂ ਹੀ ਕੀ ਹੋਣਗੀਆਂ, ਪ੍ਰੋਸੀਡ ਹੋਏਗੀ। ਨੈਕਸਟ ਕੁਐਸਚਨ, ਕੁਐਸਚਨ ਨੰਬਰ 14 ਕਹਿੰਦੇ which one of the following compounds can decolorize alkaline KMnO4 solution। ਤਾਂ ਇਹਨਾਂ ਵਿੱਚ ਦੇਖੋ ਤੁਹਾਨੂੰ ਦੱਸਿਆ ਸੀ ਕਿ ਜੋ ਤੁਹਾਡੇ ਐਲਕਲੀਨ KMnO4 ਹੁੰਦਾ ਹੈ ਇਹਨੂੰ ਆਪਾਂ ਬੇਹਰਸ ਰੀਏਜੈਂਟ ਬੋਲਦੇ ਹਾਂ, ਤੇ ਜੋ ਤੁਹਾਡਾ ਬੇਹਰਸ ਰੀਏਜੈਂਟ ਹੈ ਉਹ ਐਜ਼ ਅ ਟੈਸਟ ਯੂਜ਼ ਕੀਤਾ ਜਾਂਦਾ ਹੈ, ਟੈਸਟ ਫॉर ਅਨਸੈਚੁਰੇਸ਼ਨ। ਅਗਰ ਤੁਸੀਂ ਫਾਈਂਡ ਆਊਟ ਕਰਨਾ ਹੈ ਕਿ ਜੋ ਤੁਹਾਡਾ ਗਿਵਨ ਕੰਪਾਊਂਡ ਹੈ ਉਸ ਦੇ ਵਿੱਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਪ੍ਰੈਜ਼ੈਂਟ ਹੈ ਜਾਂ ਨਹੀਂ, ਤਾਂ ਤੁਸੀਂ ਬੇਹਰਸ ਰੀਏਜੈਂਟ ਦੇ ਨਾਲ ਦੈਟ ਮੀਨਸ ਕੋਲਡ ਸੋਲੂਸ਼ਨ ਆਫ ਐਲਕਲੀਨ KMnO4 ਨੂੰ ਯੂਜ਼ ਕਰ ਸਕਦੇ ਹੋ। ਕਿੱਦਾਂ ਕਿ ਜੋ ਤੁਹਾਡਾ KMnO4 ਹੁੰਦਾ ਹੈ ਇਹਦਾ ਕਲਰ ਕੀ ਹੁੰਦਾ ਹੈ, ਤੁਹਾਡਾ ਪਰਪਲ ਹੁੰਦਾ ਹੈ, ਐਂਡ ਅਗਰ ਤੁਹਾਡਾ ਗਿਵਨ ਕੰਪਾਊਂਡ ਦੇ ਵਿੱਚ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੈ ਤਾਂ ਜੋ ਤੁਹਾਡਾ ਪਰਪਲ ਕਲਰ ਹੈ ਉਹ ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ, ਤੁਹਾਡੇ ਬਰਾਊਨ ਕਲਰ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਅਗਰ ਇਸ ਤਰ੍ਹਾਂ ਦਾ ਕਲਰ ਚੇਂਜ ਉੱਥੇ ਹੁੰਦਾ ਹੈ ਤਾਂ ਆਪਾਂ ਇਹ ਚੀਜ਼ ਕਲੀਅਰਲੀ ਬੋਲ ਸਕਦੇ ਹਾਂ ਕਿ ਜੋ ਵੀ ਤੁਹਾਡਾ ਗਿਵਨ ਕੰਪਾਊਂਡ ਹੈ ਉਸ ਦੇ ਵਿੱਚ ਤੁਹਾਡਾ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੈ। ਤਾਂ ਦੇਖੋ ਰਿਐਕਸ਼ਨ ਚ ਵਰਕ ਕਿਵੇਂ ਕਰਦਾ ਹੈ, KMnO4 ਅਲਕਲੀਨ ਇਹ ਕੀ ਕਰਵਾਉਂਦਾ ਹੈ, ਤੁਹਾਡਾ ਡਾਈਹਾਈਡਰੋਕਸੀਲੇਸ਼ਨ ਕਰਵਾਉਂਦਾ ਹੈ। ਕੀ ਕਰਵਾਉਂਦਾ ਹੈ, ਡਾਈਹਾਈਡਰੋਕਸੀਲੇਸ਼ਨ। ਦੈਟ ਮੀਨਸ ਅਗਰ ਤੁਹਾਡਾ ਕਾਰਬਨ ਡਬਲ ਬੌਂਡ ਕਾਰਬਨ ਹੈ ਉਹਦੇ ਵਿੱਚ ਤੁਸੀਂ ਅਗਰ ਐਲਕਲੀਨ KMnO4 ਐਡ ਕਰਦੇ ਹੋ ਤਾਂ ਉਹ ਤੁਹਾਡੇ ਡਬਲ ਬੌਂਡ ਨੂੰ ਬ੍ਰੇਕ ਕਰਕੇ ਦੋਨੋਂ ਜਗ੍ਹਾ ਤੇ OH ਗਰੁੱਪ ਨੂੰ ਕੀ ਕਰ ਦਿੰਦਾ ਹੈ, ਇਨਸਰਟ ਕਰ ਦਿੰਦਾ ਹੈ, ਮਤਲਬ ਤੁਹਾਡਾ ਡਾਈਓਲ ਦੀ ਫਾਰਮੇਸ਼ਨ ਕਰਦਾ ਹੈ। that means that is a test for your unsaturation। ਤਾਂ ਤੁਸੀਂ ਦੇਖ ਸਕਦੇ ਹੋ ਜੋ ਪਹਿਲਾ ਆਪਸ਼ਨ ਹੈ, ਜੋ ਤੁਹਾਡਾ ਤੀਸਰਾ ਆਪਸ਼ਨ ਹੈ, ਇਹ ਦੋਨੋਂ ਐਲਕੇਨ ਨੇ। ਚੌਥਾ ਆਪਸ਼ਨ ਵੀ ਕੀ ਹੈ, ਤੁਹਾਡਾ ਐਲਕੇਨ ਦਾ ਹੀ ਡੈਰੀਵੇਟਿਵ ਹੈ, ਦਿਸ ਇਜ਼ ਐਨ ਡੈਰੀਵੇਟਿਵ ਆਫ ਯੂਅਰ ਐਲਕੇਨ, ਡਾਈਕਲੋਰੋਮੀਥੇਨ ਜਿਸ ਨੂੰ ਆਪਾਂ ਬੋਲਦੇ ਹਾਂ। ਜਦ ਕਿ ਜੋ ਤੁਹਾਡਾ ਸੈਕਿੰਡ ਆਪਸ਼ਨ ਹੈ ਇਹ ਕੀ ਤੁਹਾਡੀ ਐਲਕੀਨ ਹੈ ਜਿਹਨੇ ਵਿੱਚ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੈ। that means ਜੋ KMnO4 ਹੈ ਉਹ ਤੁਹਾਡੇ ਸਿਰਫ ਸੈਕਿੰਡ ਆਪਸ਼ਨ ਦੇ ਨਾਲ ਰਿਐਕਟ ਕਰ ਸਕਦਾ ਹੈ ਜੋ ਇਸ ਨੂੰ ਡੀਕਲਰਾਈਜ਼ ਕਰ ਦੇਗਾ, ਕਾਦੇ ਵਿੱਚ, ਪਰਪਲ ਤੋਂ ਕਾਦੇ ਵਿੱਚ ਕਨਵਰਟ ਹੋ ਜਾਂਦਾ ਹੈ, ਜਨਰਲੀ ਬਰਾਊਨ ਕਲਰ ਦੇ ਵਿੱਚ ਹੋ ਜਾਂਦਾ ਹੈ, ਤੇ ਜੋ ਤੁਹਾਡਾ ਪ੍ਰੋਡਕਟ ਬਣਦਾ ਹੈ ਉਹ ਕੀ ਬਣਦਾ ਹੈ, ਇੱਥੇ ਡਾਈਓਲ ਜਨਰੇਟ ਹੁੰਦਾ ਹੈ। ਕੁਐਸਚਨ ਨੰਬਰ 15 ਕਹਿੰਦੇ ਬੈਂਜ਼ੀਨ ਔਨ ਓਜ਼ੋਨੋਲਿਸਿਸ ਯੀਲਡ, ਬੈਂਜ਼ੀਨ ਦੀ ਅਗਰ ਓਜ਼ੋਨੋਲਿਸਿਸ ਕੀਤੀ ਜਾਵੇ ਤਾਂ ਉਹ ਕੀ ਪ੍ਰੋਡਕਟ ਨੂੰ ਜਨਰੇਟ ਕਰੇਗੀ। ਤਾਂ ਦੇਖੋ ਬੈਂਜ਼ੀਨ ਕੀ ਹੈ, ਤੁਸੀਂ ਧਿਆਨ ਨਾਲ ਦੇਖੋ, ਆ ਤੁਹਾਡੀ ਬੈਂਜ਼ੀਨ ਹੈ, ਅਲਟਰਨੇਟ ਡਬਲ ਸਿੰਗਲ ਬੌਂਡ ਹੈ, ਓਜ਼ੋਨੋਲਿਸਿਸ ਕਰਦੇ ਹੋ, ਓਜ਼ੋਨੋਲਿਸਿਸ ਦਾ ਇੱਥੇ ਜੇ ਕੁਝ ਮੈਂਸ਼ਨ ਨਹੀਂ ਆ ਤਾਂ ਤੁਸੀਂ ਏਦਾਂ ਹੀ ਮੰਨ ਕੇ ਚਲੋ ਰਿਡਕਟਿਵ ਓਜ਼ੋਨੋਲਿਸਿਸ ਦੀ ਗੱਲ ਕਰਦੇ ਹੈ। ਰਿਡਕਟਿਵ ਓਜ਼ੋਨੋਲਿਸਿਸ ਕੀ ਹੁੰਦਾ ਹੈ ਕਿ ਡਬਲ ਬੌਂਡ ਨੂੰ ਤੋੜ ਕੇ ਤੁਸੀਂ ਦੋਨੋਂ ਜਗ੍ਹਾ ਆਕਸੀਜਨ ਲਿਖਣਾ ਹੈ, ਇੱਥੇ ਵੀ ਆਕਸੀਜਨ, ਇਹ ਡਬਲ ਬੌਂਡ ਨੂੰ ਤੋੜ ਕੇ ਆਕਸੀਜਨ ਆਕਸੀਜਨ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਹ ਕਾਰਬਨ ਤੇ ਆਹ ਕਾਰਬਨ ਹੈ ਜਿਹਨੂੰ ਮੈਂ 1 2 ਲਿਖ ਰਿਹਾ ਇਹ ਦੋਨੋਂ ਇੰਟੈਕਟ ਨੇ, ਤਾਂ ਮੈਂ ਇੱਥੇ ਥੋੜਾ ਡਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਇਹ ਤੁਹਾਡਾ ਪਹਿਲਾ ਕਾਰਬਨ, ਇਹ ਦੂਸਰਾ ਕਾਰਬਨ, ਪਹਿਲੇ ਕਾਰਬਨ ਦੇ ਨਾਲ ਡਬਲ ਬੌਂਡ ਆਕਸੀਜਨ, ਦੂਸਰੇ ਕਾਰਬਨ ਦੇ ਨਾਲ ਡਬਲ ਬੌਂਡ ਆਕਸੀਜਨ, ਤੇ ਇਹਦੀ ਵੈਲੈਂਸੀ ਸੈਟੀਸਫਾਈ ਕਰਨ ਲਈ ਇੱਥੇ ਕੀ ਆਏਗਾ, ਹਾਈਡਰੋਜਨ। ਤਾਂ ਜਿਹੜਾ ਤੁਹਾਡਾ ਆਹ ਗਰੁੱਪ ਬਣਦਾ ਹੈ HC ਡਬਲ ਬੌਂਡ O, C ਡਬਲ ਬੌਂਡ OH, ਇਹਨੂੰ ਆਪਾਂ ਬੋਲਦੇ ਹਾਂ ਗਲਾਈਆਕਸਲ, ਇਹਨੂੰ ਆਪਾਂ ਬੋਲਦੇ ਹਾਂ ਤੁਹਾਡਾ ਗਲਾਈਆਕਸਲ। ਸਿਮਿਲਰਲੀ ਜੋ ਤੁਹਾਡਾ ਇੱਥੇ 3 ਹੈ ਤੇ ਜੋ ਤੁਹਾਡਾ 4 ਹੈ, 3 4 ਮਿਲ ਕੇ ਗਲਾਈਆਕਸਲ ਬਣਾਉਣਗੇ, ਤੇ ਜੋ ਤੁਹਾਡਾ ਇੱਥੇ 5 ਹੈ ਤੇ ਜੋ ਤੁਹਾਡਾ ਇੱਥੇ 6 ਐਟਮ ਹੈ ਉਹ ਵੀ ਮਿਲ ਕੇ ਆਪਸ ਕੀ ਬਣਾਉਣਗੇ, ਤੁਹਾਡੇ ਗਲਾਈਆਕਸਲ ਬਣਨਗੇ। that means ਇੱਥੇ ਤੁਹਾਡਾ 3 ਮੋਲ ਗਲਾਈਆਕਸਲ ਦੀ ਫਾਰਮੇਸ਼ਨ ਹੋਏਗੀ। that means ਜਦੋਂ ਤੁਹਾਡਾ ਬੈਂਜ਼ੀਨ ਓਜ਼ੋਨੋਲਿਸਿਸ ਦੇ ਵਿੱਚ ਜਾਂਦਾ ਹੈ ਤਾਂ ਇੱਥੇ ਤੁਹਾਡਾ 3 ਮੋਲ ਗਲਾਈਆਕਸਲ ਦੀ ਕੀ ਹੁੰਦੀ ਹੈ, ਫਾਰਮੇਸ਼ਨ ਹੁੰਦੀ ਹੈ।
क्वेश्चन नंबर 16 कहते बेंजीन रिएक्ट्स विद एक्सेस ऑफ क्लोरीन इन द प्रेजेंस ऑफ अल्ट्रावायलेट लाइट टू प्रोड्यूस। देखो ये मैं ਤੁਹਾਨੂੰ ਐਰੋਮੈਟਿਕ ਹਾਈਡਰੋਕਾਰਬਨ ਚ ਦੱਸਿਆ ਸੀ ਕਿ ਅਗਰ ਤੁਹਾਡੇ ਇੱਕ ਬੈਂਜ਼ੀਨ ਦੀ ਰਿਐਕਸ਼ਨ ਤੁਸੀਂ ਕਲੋਰੀਨ ਦੇ ਨਾਲ ਕਰਵਾ ਰਹੇ ਹੋ ਤੇ ਕਲੋਰੀਨ ਤੁਹਾਡਾ ਕੀ ਹੈ ਐਕਸੈਸ ਦੇ ਵਿੱਚ ਹੈ ਇਨ ਦਾ ਪ੍ਰੈਜ਼ੈਂਸ ਆਫ ਯੂਵੀ ਲਾਈਟ, ਤਾਂ ਕਿਹੜਾ ਮੈਕੈਨਿਜ਼ਮ ਫੋਲੋ ਹੁੰਦਾ ਹੈ ਇੱਥੇ? ਫ੍ਰੀ ਰੈਡੀਕਲ ਮੈਕੈਨਿਜ਼ਮ ਹੁੰਦਾ ਹੈ। ਤਾਂ ਬੈਂਜ਼ੀਨ ਦੇ ਜਿੰਨੇ ਵੀ ਡਬਲ ਬੌਂਡ ਨੇ ਉਹ ਤੁਹਾਡੇ ਫ੍ਰੀ ਰੈਡੀਕਲ ਜਨਰੇਟ ਕਰਨਗੇ ਤੇ ਹਰ ਫ੍ਰੀ ਰੈਡੀਕਲ ਤੇ ਤੁਹਾਡਾ ਕਲੋਰੀਨ ਰੈਡੀਕਲ ਆ ਕੇ ਕੀ ਹੋ ਜਾਂਦਾ ਹੈ? ਅਟੈਚ ਹੋ ਜਾਂਦਾ ਹੈ, ਜਿੱਥੇ ਤੁਹਾਨੂੰ ਇੱਥੇ ਕੀ ਮਿਲਦਾ ਹੈ? ਤੁਹਾਡਾ ਬੈਂਜ਼ੀਨ ਹੈਕਸਾ ਕਲੋਰਾਈਡ। ਤਾਂ ਜੋ ਸਟਰਕਚਰ ਇੱਥੇ ਜਨਰੇਟ ਹੁੰਦਾ ਹੈ ਉਹ ਕੀ ਹੁੰਦਾ ਹੈ? ਤੁਹਾਡਾ ਬੈਂਜ਼ੀਨ ਹੈਕਸਾ ਕਲੋਰਾਈਡ, ਜਿਸ ਦਾ ਆਈਯੂਪੀਏਸੀ ਨੇਮ ਕੀ ਹੋਏਗਾ ਤੁਹਾਡਾ? ਹੈਕਸਾਕਲੋਰੋ ਸਾਈਕਲੋਹੈਕਸੀਨ। ਹੈਕਸਾਕਲੋਰੋਸਾਈਕਲੋਹੈਕਸੀਨ। ਸੋ ਦਿਸ ਇਜ਼ ਦਾ ਆਈਯੂਪੈਕ ਨੇਮ ਹੈ। ਬਟ ਅਗਰ ਤੁਸੀਂ ਵੈਸੇ ਗੱਲ ਕਰਦੇ ਹੋ ਤਾਂ ਇਸ ਨੂੰ ਆਪਾਂ ਕਾਮਨ ਟਰਮਸ ਕੀ ਬੋਲਦੇ ਹਾਂ? ਤੁਹਾਡਾ ਬੈਂਜ਼ੀਨ ਹੈਕਸਾ ਕਲੋਰਾਈਡ। ਬੈਂਜ਼ੀਨ ਹੈਕਸਾ ਕਲੋਰਾਈਡ। ਤਾਂ ਥੋੜਾ ਜਿਹਾ ਬਰੀਫਲੀ ਹੋਰ ਦੱਸ ਦਿੰਦਾ ਹਾਂ ਕਿ ਜੋ ਬੈਂਜ਼ੀਨ ਦੇ ਇੱਥੇ ਡਬਲ ਬੌਂਡ ਨੇ ਉਹ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਜਨਰੇਟ ਹੋਣਗੇ? ਫ੍ਰੀ ਰੈਡੀਕਲੀ ਕਲੀਵ ਹੋਣਗੇ, ਹੋਮੋਲਿਟਿਕਲੀ ਕਲੀਵ ਹੋਣਗੇ। ਤਾਂ ਜਦੋਂ ਹੋਮੋਲਿਟਿਕਲੀ ਕਲੀਵ ਹੋਣਗੇ ਤਾਂ ਹਰ ਇੱਕ ਕਾਰਬਨ ਤੇ ਰੈਡੀਕਲ ਜਨਰੇਟ ਹੋਏਗਾ। ਜੋ ਕਾਰਬਨ ਤੇ ਰੈਡੀਕਲ ਜਨਰੇਟ ਹੋਇਆ ਹੈ ਉਹ ਤੁਹਾਡੇ Cl ਰੈਡੀਕਲ ਦੇ ਨਾਲ ਜਨਰੇਟ ਕਰਕੇ ਹਰ ਇੱਕ ਕਾਰਬਨ ਤੇ Cl ਤੁਹਾਡਾ ਅਟੈਚ ਹੋ ਜਾਏਗਾ ਤਾਂ ਪ੍ਰੋਡਕਟ ਕੀ ਬਣੇਗਾ ਤੁਹਾਡਾ? ਹੈਕਸਾਕਲੋਰੋਸਾਈਕਲੋਹੈਕਸੀਨ, ਜਿਸ ਨੂੰ ਆਪਾਂ ਬੈਂਜ਼ੀਨ ਹੈਕਸਾਕਲੋਰਾਈਡ ਬੋਲਦੇ ਹਾਂ। Question number 17 which among the following is not a meta directing। ਤਾਂ ਦੇਖੋ ਇਹ ਚੀਜ਼ ਵੀ ਤੁਹਾਨੂੰ ਮੈਂ ਐਰੋਮੈਟਿਕ ਦੇ ਵਿੱਚ ਬਹੁਤ ਹੀ ਧਿਆਨ ਦੇ ਨਾਲ ਕਰਵਾਈ ਸੀ ਕਿ ਜੋ ਤੁਹਾਡੇ ਮੈਟਾ ਡਾਇਰੈਕਟਿੰਗ ਗਰੁੱਪਸ ਹੁੰਦੇ ਨੇ that are your electron withdrawing group, ਤੇ ਇਹਨਾਂ ਵਿੱਚ ਕੀ ਪ੍ਰੈਜ਼ੈਂਟ ਹੁੰਦੀ ਹੈ? ਤੁਹਾਡੀ ਅਨਸੈਚੁਰੇਸ਼ਨ। ਜਿਨ੍ਹਾਂ ਗਰੁੱਪਸ ਦੇ ਵਿੱਚ ਤੁਹਾਡੀ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੁੰਦੀ ਹੈ ਉਹ ਬੈਂਜ਼ੀਨ ਤੋਂ ਇਲੈਕਟ੍ਰੋਨ ਆਪਣੀ ਤਰਫ ਖਿੱਚਦੇ ਨੇ, ਰਿੰਗ ਨੂੰ ਕੀ ਕਰ ਦਿੰਦੇ ਨੇ? ਡੀਐਕਟੀਵੇਟ ਕਰ ਦਿੰਦੇ ਨੇ, ਤੇ ਉਹ ਕੀ ਹੁੰਦੇ ਨੇ? ਤੁਹਾਡੇ ਮੈਟਾ ਡਾਇਰੈਕਟਿੰਗ ਹੁੰਦੇ ਨੇ। ਤਾਂ ਅਗਰ ਮੈਂ ਗੱਲ ਕਰਾਂ ਇਲੈਕਟ੍ਰੋਨ ਡੋਨੇਟਿੰਗਸ ਦੀ, ਇਲੈਕਟ੍ਰੋਨ ਡੋਨੇਟਿੰਗ ਮਤਲਬ ਜਿਨ੍ਹਾਂ ਕੋਲ ਲੋਨ ਪੇਅਰ ਪ੍ਰੈਜ਼ੈਂਟ ਹੁੰਦੇ ਨੇ ਉਹ ਤੁਹਾਡੇ ਹੁੰਦੇ ਨੇ ਔਰਥੋ ਪੈਰਾ ਡਾਇਰੈਕਟਿੰਗ। ਉਹ ਤੁਹਾਡੀ ਰਿੰਗ ਨੂੰ ਕੀ ਕਰ ਦਿੰਦੇ ਨੇ? ਐਕਟੀਵੇਟ ਕਰਦੇ ਨੇ, ਉਹ ਹੁੰਦੇ ਨੇ ਤੁਹਾਡੇ ਔਰਥੋ ਪੈਰਾ ਡਾਇਰੈਕਟਿੰਗ। ਤਾਂ ਇਹਨਾਂ ਨੇ ਪੁੱਛਿਆ ਹੈ which among the following is not a meta directing। ਤਾਂ ਤੁਸੀਂ ਦੇਖੋ ਨਾਈਟ੍ਰੋ ਗਰੁੱਪ ਹੈ, ਨਾਈਟ੍ਰੋ ਦਾ ਸਟਰਕਚਰ ਕੀ ਹੁੰਦਾ ਹੈ? N ਡਬਲ ਬੌਂਡ O ਦੇ ਨਾਲ ਕੋਆਰਡੀਨੇਟ ਬੌਂਡ ਹੈ ਨਾ। ਤਾਂ ਇੱਥੇ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੈ, that means ਇਲੈਕਟ੍ਰੋਨ ਵਿਦਡਰਾਇੰਗ ਹੈ, ਮੈਟਾ ਡਾਇਰੈਕਟਿੰਗ ਹੈ। ਐਸਿਡ ਗਰੁੱਪ ਹੈ, ਸਲਫੋਨਿਕ ਐਸਿਡ ਗਰੁੱਪ, ਇਹਦੇ ਵਿੱਚ ਅਗੇਨ ਡਬਲ ਬੌਂਡ ਪ੍ਰੈਜ਼ੈਂਟ ਨੇ, ਡਬਲ ਬੌਂਡ ਹੈ ਤਾਂ ਇਲੈਕਟ੍ਰੋਨ ਵਿਦਡਰਾਇੰਗ ਹੈ, ਇਲੈਕਟ੍ਰੋਨ ਵਿਦਡਰਾਇੰਗ ਹੈ ਤਾਂ ਮੈਟਾ ਡਾਇਰੈਕਟਿੰਗ ਹੈ। ਥਰਡ ਕਾਰਬੋਕਸਿਲਿਕ ਐਸਿਡ, ਕਾਰਬੋਕਸਿਲਿਕ ਐਸਿਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਗੇਨ ਤੁਹਾਡਾ ਡਬਲ ਬੌਂਡ ਪ੍ਰੈਜ਼ੈਂਟ ਹੈ ਤਾਂ ਮੈਟਾ ਡਾਇਰੈਕਟਿੰਗ ਹੈ। ਬਟ ਜੋ ਤੁਹਾਡਾ ਅਲਕੋਹਲ ਗਰੁੱਪ ਹੈ ਉੱਥੇ ਕੀ ਹੈ? ਤੁਹਾਡੇ ਲੋਨ ਪੇਅਰ ਪ੍ਰੈਜ਼ੈਂਟ ਨੇ, that is your electron donating group, ਤੇ ਇਹ ਕਿੱਦਾਂ ਬਿਹੇਵ ਕਰੇਗਾ? ਤੁਹਾਡਾ ਔਰਥੋ ਪੈਰਾ ਡਾਇਰੈਕਟਿੰਗ ਹੋਏਗਾ। that means ਇੱਥੇ ਜੋ ਤੁਹਾਡਾ ਮੈਟਾ ਡਾਇਰੈਕਟਿੰਗ ਕਿਹੜਾ ਨਹੀਂ ਹੈ? ਤੁਹਾਡਾ fourth option। ਤਾਂ ਇੱਥੇ correct answer ਕੀ ਆਏਗਾ ਤੁਹਾਡਾ? question number 4। next question number 18 ਕਹਿੰਦੇ ਦੇ ਵਿੱਚ ਦੱਸੋ ਸਿਗਮਾ ਤੇ ਪਾਈ ਕਿੰਨੇ ਨੇ? ਬਈ ਸਭ ਨੂੰ ਖੋਲ ਕੇ ਲਿਖ ਦਿਓ, ਜੋ ਵੀ ਤੁਹਾਡਾ ਸਟਰਕਚਰ ਹੈ ਇਸ ਨੂੰ ਪ੍ਰੋਪਰ ਓਪਨ ਅਪ ਕਰਕੇ ਲਿਖ ਦਿਓ ਤੇ ਕਾਊਂਟ ਕਰ ਲਓ ਟੋਟਲ ਕਿੰਨੇ ਸਿਗਮਾ ਬੌਂਡ ਨੇ ਤੇ ਕਿੰਨੇ ਇਹਦੇ ਵਿੱਚ ਤੁਹਾਡੇ ਪਾਈ। ਧਿਆਨ ਰੱਖਣਾ ਜੋ ਇੱਕ ਡਬਲ ਬੌਂਡ ਹੁੰਦਾ ਹੈ, ਇੱਕ ਡਬਲ ਬੌਂਡ ਦੇ ਵਿੱਚ ਤੁਹਾਡਾ ਇੱਕ ਸਿਗਮਾ, ਜੋ ਵੀ ਤੁਹਾਡਾ ਡਬਲ ਬੌਂਡ ਹੁੰਦਾ ਹੈ ਡਬਲ ਬੌਂਡ ਦੇ ਵਿੱਚ ਇੱਕ ਸਿਗਮਾ ਤੇ ਇੱਕ ਪਾਈ ਹੁੰਦਾ ਹੈ। ਤੇ ਜੋ ਤੁਹਾਡਾ ਟ੍ਰਿਪਲ ਬੌਂਡ ਹੈ ਉਹਦੇ ਵਿੱਚ ਤੁਹਾਡਾ ਇੱਕ ਸਿਗਮਾ ਤੇ ਦੋ ਪਾਈ ਬੌਂਡ ਤੁਹਾਡੇ ਪ੍ਰੈਜ਼ੈਂਟ ਹੁੰਦੇ ਨੇ। ਤਾਂ ਇਹ ਪੁਆਇੰਟ ਥੋੜਾ ਜਿਹਾ ਖਾਸ ਧਿਆਨ ਦੇ ਵਿੱਚ ਰੱਖਣਾ। ਤਾਂ ਤੁਸੀਂ ਇਸ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਇੱਥੇ ਕੀ ਹੈ ਤੁਹਾਡੇ ਕੋਲ ਕਿੰਨੇ ਸਿਗਮਾ ਨੇ? 1 2 3 4 5 6 7 8 9 10 11 ਤੇ 12 ਸਿਗਮਾ ਬੌਂਡਸ ਆ ਰਹੇ ਨੇ। ਕੋਈ ਰਹਿ ਤਾਂ ਨਹੀਂ ਗਿਆ? ਇੱਕ 13, ਸੌਰੀ ਇੱਕ ਆ ਵੀ ਰਹਿ ਗਿਆ ਤੁਹਾਡਾ ਹਾਈਡਰੋਜਨ ਵਾਲਾ। ਤਾਂ ਇੱਥੇ ਤੁਹਾਡੇ 13 ਸਿਗਮਾ ਨੇ। ਪਾਈ ਕਾਊਂਟ ਕਰੋ, ਇੱਕ ਪਾਈ ਆਹ ਵਾਲਾ ਤੇ ਦੋ ਟ੍ਰਿਪਲ ਬੌਂਡਸ ਪ੍ਰੈਜ਼ੈਂਟ ਨੇ, ਤਾਂ ਟੋਟਲ ਪਾਈ ਬੌਂਡ ਕਿੰਨੇ ਨੇ ਤੁਹਾਡੇ? 3 ਪਾਈ ਨੇ। ਬਾਕੀ ਮੋਰ ਓਵਰ ਤੁਸੀਂ ਆਪਸ਼ਨ ਚੈੱਕ ਕਰੋ, ਜੋ ਸਿਗਮਾ ਬੌਂਡ ਤੁਹਾਡੇ 13 ਆਏ ਨੇ ਸਿਰਫ ਇੱਕ ਹੀ ਆਪਸ਼ਨ 'ਚ ਦਿੱਤੇ ਨੇ, ਤਾਂ ਤੁਹਾਨੂੰ ਪਾਈ ਬੌਂਡ ਵੈਸੇ ਕਾਊਂਟ ਕਰਨ ਦੀ ਜ਼ਰੂਰਤ ਵੀ ਨਹੀਂ ਆ। ਤਾਂ ਇਸ ਤਰ੍ਹਾਂ ਦੀ ਅਪਰੋਚ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਆਬਜੈਕਟਿਵ ਅਪਰੋਚ। ਤਾਂ ਜਦੋਂ ਪੇਪਰ ਦੇ ਵਿੱਚ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਆਪਾਂ ਨੂੰ ਹਰ ਚੀਜ਼ ਦੀ ਦੇਖੋ ਨੌਲੇਜ ਨਹੀਂ ਹੁੰਦੀ, ਤਾਂ ਜੋ ਵੀ ਨੌਲੇਜ ਆਪਣੇ ਕੋਲ ਹੈ
ਉਸ ਨੂੰ ਯੂਟਿਲਾਈਜ਼ ਕਰਕੇ ਤੁਸੀਂ ਆਪਸ਼ਨ ਨੂੰ ਐਲੀਮੀਨੇਟ ਕਰ ਦਿਓ ਤਾਂ ਜੋ ਤੁਹਾਡਾ ਰਿਮੇਨਿੰਗ ਆਪਸ਼ਨ ਬਚਦਾ ਹੈ ਉਹ ਤੁਹਾਡਾ ਸਹੀ ਹੋ ਸਕਦਾ ਹੈ। ਤਾਂ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਆਬਜੈਕਟਿਵ ਅਪਰੋਚ। ਤਾਂ ਤੁਸੀਂ ਪੇਪਰ ਦੇ ਵਿੱਚ ਆਬਜੈਕਟਿਵ ਅਪਰੋਚ ਦੀ ਤਰ੍ਹਾਂ ਨਾਲ ਵੀ ਚੱਲ ਸਕਦੇ ਹੋ। Question number 19. Arrange the following conformation of ethane in the order of decreasing stability. ਤਾਂ ਦੇਖੋ ਜੋ ਤੁਹਾਡੇ ਇਥੇਨ ਦੇ ਕਨਫਰਮੇਸ਼ਨਸ ਹੁੰਦੇ ਨੇ ਜੋ ਮੈਂ ਤੁਹਾਨੂੰ ਪੜ੍ਹਾਏ ਸੀ, ਜਨਰਲੀ ਦੋ ਹੀ ਮੈਂ ਪੜ੍ਹਾਏ ਸੀ ਤੁਹਾਨੂੰ। ਇੱਕ ਤਾਂ ਤੁਹਾਡੀ ਹੁੰਦੀ ਹੈ ਸਟੈਗਰਡ ਫਾਰਮ ਜਿਹਦੇ ਵਿੱਚ ਤੁਹਾਡਾ ਡਾਈਹਾਈਡਰਲ ਐਂਗਲ ਕਿੰਨਾ ਹੁੰਦਾ ਹੈ 60 ਡਿਗਰੀ, ਜਿਹਨੂੰ ਆਪਾਂ ਜਨਰਲੀ ਗੋਸ਼ ਫਾਰਮ ਬੋਲ ਦਿੰਦੇ ਹਾਂ। ਤੇ ਦੂਸਰਾ ਮੈਂ ਤੁਹਾਨੂੰ ਪੜ੍ਹਾਇਆ ਸੀ ਤੁਹਾਡਾ ਇਕਲਿਪਸਡ ਫਾਰਮ। ਇਕਲਿਪਸਡ ਫਾਰਮ ਦੇ ਵਿੱਚ ਕੀ ਹੁੰਦੇ ਨੇ, ਜੋ ਤੁਹਾਡੇ ਗਰੁੱਪ ਨੇ ਇੱਕ ਦੂਜੇ ਦੇ ਉੱਪਰ ਬਿਲਕੁਲ ਉਸ ਨੂੰ ਕਵਰ ਅਪ ਕਰ ਲੈਂਦੇ ਨੇ, ਜਿਸ ਕਰਕੇ ਉਹਨਾਂ ਦਾ ਡਾਈਹਾਈਡਰਲ ਐਂਗਲ ਕਿੰਨਾ ਹੁੰਦਾ ਹੈ ਤੁਹਾਡਾ 0 ਡਿਗਰੀ ਹੁੰਦਾ ਹੈ। ਤਾਂ ਜਿਸ ਕਰਕੇ ਇਹਦੇ ਵਿੱਚ ਕੀ ਹੁੰਦੇ ਨੇ, ਤੁਹਾਡਾ ਸਟੈਰਿਕ ਸਟ੍ਰੇਨ ਹੁੰਦਾ ਹੈ। ਸਟੈਰਿਕ ਸਟ੍ਰੇਨ ਪ੍ਰੈਜ਼ੈਂਟ ਹੋਣ ਕਰਕੇ ਇਹ ਤੁਹਾਡੇ ਕੀ ਹੁੰਦੇ ਨੇ, ਅਨਸਟੇਬਲ ਹੁੰਦੇ ਨੇ, ਸਭ ਤੋਂ ਜ਼ਿਆਦਾ ਘੱਟ ਸਟੇਬਲ ਹੁੰਦੇ ਨੇ। ਜਦ ਕਿ ਸਟੈਗਰਡ ਫਾਰਮ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਤੁਹਾਡੇ ਗਰੁੱਪਸ ਹੁੰਦੇ ਨੇ that are present at your 60 degree angle, ਤਾਂ ਇਹਨਾਂ ਵਿੱਚ ਜੋ ਤੁਹਾਡੀ ਸਟੈਰਿਕ ਸਟ੍ਰੇਨ ਹੁੰਦੀਆਂ ਨੇ ਉਹ ਬਹੁਤ ਹੀ ਜ਼ਿਆਦਾ ਕੀ ਹੁੰਦੀਆਂ ਨੇ, ਲੈਸ ਹੁੰਦੀਆਂ ਨੇ। ਜਿਸ ਕਰਕੇ ਜੋ ਤੁਹਾਡਾ ਸਟੈਗਰਡ ਫਾਰਮ ਹੈ ਸਭ ਤੋਂ ਜ਼ਿਆਦਾ ਸਟੇਬਲ ਹੁੰਦਾ ਹੈ ਤੇ ਜੋ ਤੁਹਾਡਾ ਇਕਲਿਪਸਡ ਫਾਰਮ ਹੈ ਉਹ ਸਭ ਤੋਂ ਲੈਸ ਸਟੇਬਲ ਹੁੰਦਾ ਹੈ। ਤਾਂ ਅਕੋਰਡਿੰਗ ਟੂ ਗਿਵਨ ਆਪਸ਼ਨ ਦੇਖੋ ਉਹਨਾਂ ਨੇ ਕਿਹਾ ਇਕਲਿਪਸਡ ਜ਼ਿਆਦਾ ਸਟੇਬਲ ਹੈ, ਤਾਂ ਗਲਤ ਹੈ। ਇੱਥੇ ਸਟੈਗਰਡ ਜ਼ਿਆਦਾ ਹੈ, ਇਕਲਿਪਸਡ ਜ਼ਿਆਦਾ ਕਰ ਰੱਖਿਆ ਸਕ੍ਰਿਊ ਤੋਂ, ਇਹ ਵੀ ਆਪਸ਼ਨ ਗਲਤ ਹੈ। ਇਕਲਿਪਸਡ ਬਿਲਕੁਲ ਲੈਸ ਸਟੇਬਲ ਹੁੰਦਾ ਹੈ ਕਿਉਂਕਿ ਇੱਥੇ ਐਂਗਲ ਡਿਫਰੈਂਸ ਹੈ ਹੀ ਨਹੀਂ ਹੈ। ਜੋ ਵੀ ਤੁਹਾਡੇ ਗਰੁੱਪ ਨੇ ਬਿਲਕੁਲ ਇੱਕ ਦੂਜੇ ਉੱਪਰ ਕਵਰ ਹੋ ਰਹੇ ਨੇ, ਇੱਕ ਦੂਜੇ ਨਾਲ ਇਲੈਕਟ੍ਰੋਨ ਜੋ ਕਲਾਊਡ ਨੇ ਉਹ ਆਪਸ ਦੇ ਵਿੱਚ ਟਕਰਾ ਰਹੇ ਨੇ, ਆਪਸ ਦੇ ਵਿੱਚ ਇਲੈਕਟ੍ਰੋਨਿਕ ਰਿਪਲਸ਼ਨ ਬਹੁਤ ਜ਼ਿਆਦਾ ਕ੍ਰੀਏਟ ਹੋ ਰਹੀਆਂ ਨੇ, ਜਿਸ ਕਰਕੇ ਇਕਲਿਪਸਡ ਤੁਹਾਡਾ ਸਭ ਤੋਂ ਜ਼ਿਆਦਾ ਅਨਸਟੇਬਲ ਹੁੰਦਾ ਹੈ। ਤਾਂ ਕਰਕੇ ਕਰੈਕਟ ਆਪਸ਼ਨ ਕੀ ਆ ਜਾਏਗਾ ਤੁਹਾਡਾ 4। ਮੈਂ ਬਣਾ ਕੇ ਵੀ ਦੱਸ ਦਿੰਦਾ ਹਾਂ ਕਿ ਦੇਖੋ ਮੰਨ ਲਓ ਇਥੇਨ ਆਹ ਹੈ, ਇਹ ਤੁਹਾਡਾ ਜੋ ਸਰਕਲ ਦੇ ਨਾਲ ਡਰਾ ਕੀਤਾ ਉਹ ਤੁਹਾਡਾ ਬੈਕ ਕਾਰਬਨ ਹੈ ਤੇ ਜੋ ਮੈਂ ਫਰੰਟ ਕਾਰਬਨ ਸ਼ੋ ਕਰ ਰਿਹਾ ਹਾਂ ਉਹ ਤੁਹਾਡਾ ਡਾਟ ਨਾਲ ਰਿਪਰੈਜ਼ੈਂਟ ਕਰਦਾ ਹਾਂ। ਕਿ ਮੰਨ ਲਓ ਕਿ ਜੋ ਤੁਹਾਡੇ ਡਾਟ ਵਾਲੇ ਕਾਰਬਨਸ ਨੇ ਉਹ ਐਦਾਂ ਹੈ ਤੇ ਜੋ ਤੁਹਾਡੇ ਫਰੰਟ ਕਾਰਬਨ ਨੇ, ਜੋ ਬੈਕ ਵਾਲੇ ਕਾਰਬਨ ਨੇ, ਉਸਦੇ ਜੋ ਹਾਈਡਰੋਜਨ ਨੇ ਐਦਾਂ ਇੱਕ ਦੂਜੇ ਨੂੰ ਇਕਲਿਪਸਡ ਕਰ ਰਹੇ ਨੇ, ਤਾਂ ਇਹ ਫਾਰਮ ਹੁੰਦੀ ਹੈ ਤੁਹਾਡੀ ਇਕਲਿਪਸਡ ਹੈ, ਜਿੱਥੇ ਡਾਈਹਾਈਡਰਲ ਐਂਗਲ ਕਿੰਨਾ ਹੈ 0 ਡਿਗਰੀ। ਧਿਆਨ ਰੱਖਣਾ ਮੈਂ ਥੋੜਾ ਜਿਹਾ ਗੈਪ ਨਾਲ ਦਿਖਾਇਆ ਹੈ ਤਾਂ ਕਿ ਤੁਹਾਨੂੰ ਥੋੜਾ ਜਿਹਾ ਪੁਆਇੰਟ ਆਫ ਡਿਫਰੈਂਸ ਸਮਝ ਆਵੇ। ਬਟ ਐਕਚੁਅਲ ਦੇ ਵਿੱਚ ਕੀ ਹੋਏਗਾ ਕਿ ਜੋ ਕਾਰਬਨ ਹਾਈਡਰੋਜਨ ਦਾ ਬੌਂਡ ਇਹ ਹੈ, ਆਹ ਵਾਲਾ ਜੋ ਕਾਰਬਨ ਹਾਈਡਰੋਜਨ ਦਾ ਬੌਂਡ ਹੈ ਇੱਕ ਦੂਜੇ ਨੂੰ ਬਿਲਕੁਲ ਕਵਰ ਅਪ ਕਰ ਰਹੇ ਨੇ, ਜਿਸ ਕਰਕੇ ਕਿ ਇੱਥੇ ਸਟੈਰਿਕ ਸਟ੍ਰੇਨ ਇਲੈਕਟ੍ਰੋਨਿਕ ਰਿਪਲਸ਼ਨ ਬਹੁਤ ਹੀ ਜ਼ਿਆਦਾ ਨੇ। ਹੁਣ ਮੰਨ ਲਓ ਮੈਂ ਕੀ ਕੀਤਾ ਕਿ ਇਹਨਾਂ ਦੋਨਾਂ ਵਿੱਚੋਂ ਇੱਕ ਕਾਰਬਨ ਨੂੰ ਫਿਕਸ ਰੱਖ ਲਿਆ ਤੇ ਜੋ ਤੁਹਾਡਾ ਦੂਸਰਾ ਕਾਰਬਨ ਹੈ ਉਹਨੂੰ 60 ਡਿਗਰੀ ਤੇ ਰੋਟੇਟ ਕਰਤਾ। ਫॉर एग्जांपल मैं फ्रंट कार्बन जो थोड़ा मैं डॉट ਨਾਲ रिप्रेजेंट ਕੀਤਾ ਹੈ ਉਸਨੂੰ ਮੈਂ ਐਜ਼ ਇਟ ਇਜ਼ ਰੱਖਿਆ ਹੈ, ਪਰ ਜੋ ਥੋੜਾ ਮੈਂ ਬੈਕ ਕਾਰਬਨ ਸੀ ਜੋ ਸਰਕਲ ਨਾਲ ਰਿਪਰੈਜ਼ੈਂਟ ਕੀਤਾ ਹੈ ਉਸਨੂੰ ਮੈਂ ਕੀ ਕੀਤਾ 60 ਡਿਗਰੀ ਨਾਲ ਰੋਟੇਟ ਕਰਤਾ। ਤਾਂ ਜਦੋਂ ਹੀ ਦੇਖੋ ਮੈਂ 60 ਡਿਗਰੀ ਨਾਲ ਰੋਟੇਟ ਕੀਤਾ ਤਾਂ ਜੋ ਥੋੜਾ ਫਰੰਟ ਕਾਰਬਨ ਸੀ ਉਹ ਤਾਂ ਦੇਖੋ ਐਜ਼ ਇਟ ਇਜ਼ ਪਿਆ ਰਿਹਾ, ਬਟ ਜੋ ਤੁਹਾਡੇ ਬੈਕ ਕਾਰਬਨ ਸੀ ਉਸਨੂੰ ਥੋੜਾ ਜਿਹਾ ਮੈਂ ਨਾ ਦੂਸਰੇ ਪੈਨ ਨਾਲ ਰਿਪਰੈਜ਼ੈਂਟ ਕਰਦਾ ਹਾਂ। ਆਹ ਵਾਲੇ ਹਾਈਡਰੋਜਨ ਜੋ ਤੁਹਾਡੇ ਸੀ ਉਹ ਕਿੱਦਾਂ ਰਿਪਰੈਜ਼ੈਂਟ ਹੋ ਗਏ, ਦੇਖੋ ਕਿੱਥੇ ਚਲੇ ਗਏ, ਇੱਕ ਇੱਥੇ ਆ ਗਿਆ, ਇੱਕ ਹਾਈਡਰੋਜਨ ਇੱਥੇ ਸ਼ਿਫਟ ਹੋ ਗਿਆ ਤੇ ਇੱਕ ਇੱਥੇ ਚਲਾ ਗਿਆ। ਤਾਂ ਤੁਸੀਂ ਦੇਖੋ ਹੁਣ ਐਂਗਲ ਕਿੰਨੇ ਦਾ ਫਰਕ ਪੈ ਗਿਆ, ਇਹਨਾਂ ਵਿੱਚ ਐਂਗਲ ਕਿੰਨਾ ਆ ਗਿਆ ਤੁਹਾਡਾ 60 ਡਿਗਰੀ ਤੇ ਪਹੁੰਚ ਗਿਆ। ਤਾਂ ਜਦੋਂ 60 ਡਿਗਰੀ ਤੇ ਆਇਆ ਤਾਂ ਤੁਸੀਂ ਦੇਖ ਰਹੇ ਹੋ ਕਿ ਹੁਣ ਇਹਨਾਂ ਦੇ ਜੋ ਇਲੈਕਟ੍ਰੋਨ ਕਲਾਊਡ ਨੇ ਉਹ ਇੱਕ ਦੂਜੇ ਤੋਂ ਥੋੜਾ ਦੂਰੀ ਤੇ ਹੋ ਗਏ ਨੇ, ਜਿਸ ਕਰਕੇ ਇਹਨਾਂ ਦੀ ਜੋ ਸਟੇਬਿਲਿਟੀ ਹੈ ਸਮਵਟ ਕੀ ਹੋ ਗਈ ਹੈ, ਹਾਇਰ ਹੋ ਗਈ ਹੈ। ਇਸੇ ਕਰਕੇ ਜੋ ਤੁਹਾਡੇ ਸਟੈਗਰਡ ਫਾਰਮ ਹੁੰਦੇ ਨੇ ਉਹ ਥੋੜੇ ਜ਼ਿਆਦਾ ਸਟੇਬਲ ਹੁੰਦੇ ਨੇ ਤੁਹਾਡੇ ਇਕਲਿਪਸਡ ਫਾਰਮ ਦੇ ਨਾਲ। क्वेश्चन नंबर 20। ਤਾਂ 20 ਵਿੱਚ ਕੀ ਕਿਹਾ ਗਿਆ ਹੈ, ਕਹਿੰਦੇ ਮੈਕਸਿਮਮ ਪੋਟੈਂਸ਼ੀਅਲ એનર્ਜੀ ਆਫ ਦਾ ਮੋਲੀਕਿਊਲ ਆਫ ਇਥੇਨ when the dihedral angle will be। ਤਾਂ ਧਿਆਨ ਰੱਖਣਾ એનર્ਜੀ ਤੇ ਜੋ ਤੁਹਾਡੀ ਸਟੇਬਿਲਿਟੀ ਹੁੰਦੀਆਂ ਨੇ ਰਾਜੇ that are inversely proportional to each other। એનર્ਜੀ ਤੇ ਜੋ ਤੁਹਾਡੀ ਸਟੇਬਿਲਿਟੀ ਹੈ ਇਨਵਰਸਲੀ ਪ੍ਰਪੋਰਸ਼ਨਲ ਹੈ। ਕਹਿੰਦੇ એનર્ਜੀ ਮੈਕਸਿਮਮ ਚਾਹੀਦੀ ਹੈ, ਪੋਟੈਂਸ਼ੀਅਲ એનર્ਜੀ ਕੀ ਹੈ ਮੈਕਸਿਮਮ। ਅਗਰ એનર્ਜੀ ਮੈਕਸਿਮਮ ਹੈ ਤਾਂ ਸਟੇਬਿਲਿਟੀ ਕੀ ਹੋਏਗੀ ਤੁਹਾਡੀ ਮਿਨੀਮਮ। ਤਾਂ ਮਿਨੀਮਮ ਸਟੇਬਿਲਿਟੀ ਆਪਾਂ ਹੁਣੇ ਉੱਪਰ ਪੜ੍ਹੀਏ ਕਿਹੜੇ ਕੇਸ 'ਚ ਹੁੰਦੀ ਹੈ, ਜਦੋਂ ਤੁਹਾਡਾ ਡਾਈਹਾਈਡਰਲ ਐਂਗਲ 0 ਹੋਏਗਾ ਇਕਲਿਪਸਡ ਦੇ ਕੇਸ ਦੇ ਵਿੱਚ। ਤਾਂ ਕਰਕੇ ਇੱਥੇ ਆਪਸ਼ਨ ਕੀ ਆਏਗਾ ਤੁਹਾਡਾ 4, ਡਾਈਹਾਈਡਰਲ ਐਂਗਲ ਕਿੰਨਾ ਹੋਏਗਾ ਤੁਹਾਡਾ 0। ਕੁਐਸਚਨ ਨੰਬਰ 21, ਕਹਿੰਦੇ which among the following is not an activating group of the benzene ring। ਐਕਟੀਵੇਟਿੰਗ ਗਰੁੱਪ ਜਿਹੜਾ ਨਹੀਂ ਹੈ, ਤਾਂ ਮੈਂ ਤੁਹਾਨੂੰ ਹੁਣੇ ਪਿਛਲੀ ਸਲਾਈਡ ਦੇ ਵਿੱਚ ਦੱਸਿਆ ਹੈ ਕਿ ਐਕਟੀਵੇਟਿੰਗ ਗਰੁੱਪ ਕਿਹੜੇ ਹੁੰਦੇ ਨੇ ਤੁਹਾਡੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ।
ਇਲੈਕਟ੍ਰੋਨ ਡੋਨੇਟਿੰਗ ਗਰੁੱਪ ਮਤਲਬ ਜਿਨ੍ਹਾਂ ਕੋਲ ਲੋਨ ਪੇਅਰ ਪ੍ਰੈਜ਼ੈਂਟ ਹੁੰਦੇ ਨੇ ਤੇ ਇਹ ਵਾਲੇ ਕੀ ਹੁੰਦੇ ਨੇ ਤੁਹਾਡੇ ਔਰਥੋ ਪੈਰਾ ਡਾਇਰੈਕਟਿੰਗ ਹੁੰਦੇ ਨੇ। ਜੋ ਵੀ ਤੁਹਾਡਾ ਇਲੈਕਟ੍ਰੋਫਾਈਲ ਆਏਗਾ ਉਹ ਬੈਂਜ਼ੀਨ ਦੀ ਆਲਰੇਡੀ ਪ੍ਰੈਜ਼ੈਂਟ ਗਰੁੱਪ ਦੇ ਔਰਥੋ ਜਾਂ ਪੈਰਾ ਪੋਜੀਸ਼ਨ ਤੇ ਜਾ ਕੇ ਕੀ ਹੋਏਗਾ ਅਟੈਚ ਹੋਏਗਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡਾ ਇਹਨਾਂ ਵਿੱਚ ਚੈੱਕ ਕਰ ਸਕਦੇ ਹੋ ਕਿ ਜੋ ਤੁਹਾਡਾ ਇਹਦੇ ਵਿੱਚ ਨਾਈਟ੍ਰੋਜਨ ਹੈ, ਇਹਨਾਂ ਨੇ ਪੁੱਛਿਆ ਹੈ ਨੋਟ ਐਨ ਐਕਟੀਵੇਟਿੰਗ ਗਰੁੱਪ ਹੈ ਨਾ, ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜੋ ਤੁਹਾਡਾ ਪਹਿਲਾ ਆਪਸ਼ਨ ਹੈ ਅਮਾਈਨ, ਇਹਦੇ ਕੋਲ ਨਾਈਟ੍ਰੋਜਨ ਕੋਲ ਲੋਨ ਪੇਅਰ ਨਹੀਂ ਤਾਂ ਲੋਨ ਪੇਅਰ ਇਲੈਕਟ੍ਰੋਨ ਡੋਨੇਟਿੰਗ ਹੁੰਦਾ ਹੈ, ਤਾਂ ਪੁਆਇੰਟ ਸਹੀ ਹੈ। ਇੱਥੇ ਤੁਹਾਡਾ ਮਿਥੋਕਸੀ ਗਰੁੱਪ ਹੈ, ਇਹਦੇ ਕੋਲ ਲੋਨ ਪੇਅਰ ਪ੍ਰੈਜ਼ੈਂਟ ਨੇ, ਇਹ ਵੀ ਸਹੀ ਹੈ। ਇੱਥੇ ਮਿਥਾਈਲ ਗਰੁੱਪ ਹੈ, ਹਾਈਪਰ ਕੰਜੂਗੇਸ਼ਨ ਇਫੈਕਟ ਦੇ ਨਾਲ ਇੰਡਕਟਿਵ ਇਫੈਕਟ ਦੇ ਨਾਲ ਕੀ ਕਰੇਗਾ, ਜੋ ਵੀ ਤੁਹਾਡੀ ਇਲੈਕਟ੍ਰੋਨ ਦੀ ਡੈਂਸਿਟੀ ਹੈ ਉਹ ਤੁਹਾਡੇ ਔਰਥੋ ਤੇ ਪੈਰਾ ਤੇ ਹੀ ਇਨਕਰੀਜ਼ ਕਰੇਗਾ, that is again your activating group। ਬਟ ਜੋ ਤੁਹਾਡਾ ਦੇਖੋ ਕਲੋਰੀਨ ਹੈ, ਹਾਲਾਂਕਿ ਇੱਥੇ ਤੁਹਾਡੇ ਲੋਨ ਪੇਅਰ ਪ੍ਰੈਜ਼ੈਂਟ ਨੇ, ਇਟ ਬਿਹੇਵ ਐਜ਼ ਯੋਰ ਔਰਥੋ ਪੈਰਾ ਡਾਇਰੈਕਟਿੰਗ, ਠੀਕ ਹੈ, ਬਟ ਕਿਉਂਕਿ ਤੁਹਾਡੇ ਜੋ ਹੈਲੋਜਨ ਹੁੰਦੇ ਨੇ ਵੈਰੀ ਇਲੈਕਟ੍ਰੋਨੈਗੇਟਿਵ ਹੁੰਦੇ ਨੇ, ਤਾਂ ਇਹਨਾਂ ਦਾ ਜੋ ਇੰਡਕਟਿਵ ਇਫੈਕਟ ਹੁੰਦਾ ਹੈ ਉਹ ਕੀ ਹੁੰਦਾ ਹੈ ਥੋੜਾ ਜ਼ਿਆਦਾ ਹਾਈ ਹੁੰਦਾ ਹੈ। ਤਾਂ ਆਪਣੇ ਇਲੈਕਟ੍ਰੋਨੈਗੇਟਿਵਿਟੀ ਕਾਰਨ ਕਰਕੇ ਇਹ ਇਲੈਕਟ੍ਰੋਨ ਨੂੰ ਬੈਂਜ਼ੀਨ ਰਿੰਗ ਦੇ ਵਿੱਚੋਂ ਆਪਣੀ ਤਰਫ ਕੀ ਕਰਦੇ ਨੇ ਅਟਰੈਕਟ ਕਰਦੇ ਨੇ, ਜਿਸ ਕਰਕੇ ਇਹ ਵੀਕਲੀ ਔਰਥੋ ਪੈਰਾ ਡਾਇਰੈਕਟਿੰਗ ਹੁੰਦੇ ਨੇ। ਤਾਂ ਕਰਕੇ as compared to your other option, ਜੋ ਤੁਹਾਡੇ ਕਲੋਰੀਨ ਨੇ, ਜੋ ਤੁਹਾਡੇ ਹੈਲੋਜਨਸ ਹੁੰਦੇ ਨੇ, ਉਹ ਇੰਨੇ ਜ਼ਿਆਦਾ ਔਰਥੋ ਪੈਰਾ ਡਾਇਰੈਕਟਿੰਗ ਨਹੀਂ ਹੁੰਦੇ, ਤੁਹਾਡੀ ਰਿੰਗ ਨੂੰ ਬੈਂਜ਼ੀਨ ਰਿੰਗ ਨੂੰ ਓਨਾ ਐਕਟੀਵੇਟ ਨਹੀਂ ਕਰਦੇ, ਕਿਉਂਕਿ ਜਿੰਨੇ ਡੋਨੇਸ਼ਨ ਉਹ ਆਪਣੇ ਲੋਨ ਪੇਅਰ ਦੇ ਥਰੂ ਇਲੈਕਟ੍ਰੋਨ ਡੋਨੇਟ ਕਰਦੇ ਨੇ, ਓਨਾ ਹੀ ਆਪਣੀ ਇਲੈਕਟ੍ਰੋਨੈਗੇਟਿਵਿਟੀ ਦੇ ਨਾਲ ਬੈਂਜ਼ੀਨ ਤੋਂ ਇਲੈਕਟ੍ਰੋਨ ਨੂੰ ਆਪਣੀ ਤਰਫ ਖਿੱਚ ਵੀ ਲੈਂਦੇ ਨੇ, ਕਿਉਂਕਿ ਇਹਨਾਂ ਦੀ ਇਲੈਕਟ੍ਰੋਨੈਗੇਟਿਵਿਟੀ ਹਾਈ ਹੁੰਦੀ ਹੈ, ਜਿਸ ਕਰਕੇ ਕੀ ਹੁੰਦੇ ਨੇ ਇਹ ਵੀਕਲੀ ਐਕਟੀਵੇਟ ਕਰਦੇ ਨੇ ਤੁਹਾਡੀ ਬੈਂਜ਼ੀਨ ਰਿੰਗ ਨੂੰ। ਕੁਐਸਚਨ ਨੰਬਰ 22 ਕਹਿੰਦੇ which among the following is not expected to be a aromatic species। ਤਾਂ aromatic species ਲਈ ਆਪਣੀਆਂ ਕੋਲ ਚਾਰ ਕੰਡੀਸ਼ਨ ਸੀ। ਪਹਿਲੀ ਕੰਡੀਸ਼ਨ ਕੰਪਾਊਂਡ should be cyclic, ਸੈਕਿੰਡ ਕੰਡੀਸ਼ਨ ਕੰਪਾਊਂਡ ਪਲੇਨਰ ਹੋਣਾ ਚਾਹੀਦਾ ਹੈ, ਹਰ ਐਟਮ ਉਹਦਾ ਪਲੇਨ ਚ ਹੋਣਾ ਚਾਹੀਦਾ ਹੈ। ਪਲੇਨ ਦਾ ਮਤਲਬ ਜਾਂ ਤਾਂ ਉਹ sp ਹਾਈਬ੍ਰਿਡਾਈਜ਼ਡ ਹੋਏਗਾ ਜਾਂ ਉਹ sp2 ਹਾਈਬ੍ਰਿਡਾਈਜ਼ਡ ਹੋਣਾ ਚਾਹੀਦਾ ਹੈ, ਤਾਂ ਹੀ ਪਲੇਨ ਚ ਆਏਗਾ। ਅਗਰ ਇੱਕ ਵੀ ਤੁਹਾਡਾ ਐਟਮ sp3 ਹੋ ਗਿਆ ਤਾਂ ਉਹ ਸਟਰਕਚਰ ਕੀ ਬਣ ਜਾਏਗਾ ਤੁਹਾਡਾ ਨੌਨ ਪਲੇਨਰ, ਤੇ ਅਗਰ ਉਹ ਨੌਨ ਪਲੇਨਰ ਦੀ ਕੈਟੇਗਰੀ ਦੇ ਵਿੱਚ ਆਂਦਾ ਹੈ ਤਾਂ ਆਪਾਂ ਨੂੰ ਕਿਹੜੀ ਕੈਟੇਗਰੀ ਚ ਰੱਖਦੇ ਹਾਂ ਤੁਹਾਡਾ ਨੌਨ ਐਰੋਮੈਟਿਕ। ਥਰਡ ਕੰਡੀਸ਼ਨ ਕੀ ਆਂਦੀ ਹੈ ਇਸ ਦੀ conjugation ਪ੍ਰੋਪਰ ਹੋਣੀ ਚਾਹੀਦੀ ਹੈ, ਤੇ fourth condition ਕੀ ਆਂਦੀ ਹੈ it should follow your Huckel rule, that is 4n plus 2 pi ਇਲੈਕਟ੍ਰੋਨ ਇਸ ਨੂੰ ਸੈਟੀਸਫਾਈ ਕਰਨਾ ਚਾਹੀਦਾ ਹੈ। ਤਾਂ ਤੁਸੀਂ ਦੇਖੋ ਜੋ ਤੁਹਾਡੀ ਪਹਿਲੀ ਆਪਸ਼ਨ ਹੈ ਇਹਨੂੰ ਆਪਾਂ ਬੋਲਦੇ ਹਾਂ ਨੈਪਥਲੀਨ। ਤਾਂ ਸਾਰਾ ਚੈੱਕ ਕਰ ਸਕਦੇ ਹੋ, ਨੈਪਥਲੀਨ ਤੁਹਾਡਾ ਸਾਈਕਲਿਕ ਹੈ, ਸਾਰੇ ਐਟਮ ਤੁਹਾਡੇ sp2 ਹਾਈਬ੍ਰਿਡਾਈਜ਼ਡ ਨੇ, conjugation ਇਹਦੇ ਵਿੱਚ ਪ੍ਰੋਪਰ ਹੈ, ਹੱਕਲ ਰੂਲ ਨੂੰ ਵੀ ਫੋਲੋ ਕਰ ਰਿਹਾ ਹੈ ਕਿਉਂਕਿ ਇੱਥੇ 10 ਪਾਈ ਇਲੈਕਟ੍ਰੋਨ ਪ੍ਰੈਜ਼ੈਂਟ। ਸੈਕਿੰਡ ਜਿਸ ਨੂੰ ਆਪਾਂ ਟ੍ਰੋਪੋਲੀਅਮ ਕੈਟਾਇਨ ਬੋਲਦੇ ਹਾਂ, ਟ੍ਰੋਪੋਲੀਅਮ ਕੈਟਾਇਨ ਦੇ ਵਿੱਚ ਤੁਸੀਂ ਚੈੱਕ ਕਰੋ ਸਿਸਟਮ ਸਾਈਕਲਿਕ ਹੈ, ਸਾਰੇ ਐਟਮ ਤੁਹਾਡੇ sp2 ਹਾਈਬ੍ਰਿਡਾਈਜ਼ਡ ਨੇ, ਪ੍ਰੋਪਰ conjugation ਹੋ ਰਹੀ ਹੈ, ਤੇ ਇੱਥੇ 6 ਪਾਈ ਇਲੈਕਟ੍ਰੋਨ ਨੇ ਜੋ ਐਰੋਮੈਟਿਸਿਟੀ ਨੂੰ ਕਵਰ ਅਪ ਕਰਦੇ ਨੇ। ਥਰਡ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਫਿਨੈਂਥ੍ਰੀਸੀਨ। ਫਿਨੈਂਥ੍ਰੀਸੀਨ ਦੇ ਵਿੱਚ ਵੀ ਤੁਸੀਂ ਅਗੇਨ ਚੈੱਕ ਕਰ ਸਕਦੇ ਹੋ ਕਿ ਜੋ ਵੀ ਤੁਹਾਡਾ ਕੰਪਾਊਂਡ ਹੈ ਸਾਈਕਲਿਕ ਹੈ, ਹਰ ਇੱਕ ਐਟਮ ਤੁਹਾਡਾ sp2 ਹਾਈਬ੍ਰਿਡਾਈਜ਼ਡ ਹੈ, ਤੇ ਇਹਦੇ ਵਿੱਚ ਤੁਹਾਡੇ 7 ਪਾਈ ਬੌਂਡ ਨੇ, 7 ਪਾਈ ਬੌਂਡ ਮਤਲਬ 14 ਪਾਈ ਇਲੈਕਟ੍ਰੋਨ ਨੇ ਜੋ ਤੁਹਾਡੀ ਐਰੋਮੈਟਿਸਿਟੀ ਦੀ ਕੰਡੀਸ਼ਨ ਨੂੰ ਫੋਲੋ ਕਰਦੇ। ਲਾਸਟ ਆਪਸ਼ਨ ਫੋਰਥ ਤੁਸੀਂ ਚੈੱਕ ਕਰ ਸਕਦੇ ਹੋ ਜੋ ਆਹ ਵਾਲਾ ਕਾਰਬਨ ਹੈ ਇਹ ਇਹਦਾ sp3 ਹਾਈਬ੍ਰਿਡਾਈਜ਼ਡ ਹੈ, sp3 ਦਾ ਮਤਲਬ ਨੌਨ ਪਲੇਨਰ ਹੈ, that means ਜੋ ਤੁਹਾਡਾ fourth ਕੰਪਾਊਂਡ ਹੈ ਉਹ ਤੁਹਾਡਾ ਕੀ ਹੈ ਨੌਨ ਐਰੋਮੈਟਿਕ ਹੈ, ਐਰੋਮੈਟਿਕ ਨਹੀਂ ਹੈ। ਤਾਂ ਆਂਸਰ ਕੀ ਆਏਗਾ ਤੁਹਾਡਾ fourth option। Question number 23 ਕਹਿੰਦੇ in the nitration of benzene with concentrated nitric acid and concentrated sulfuric acid, electrophile acting group is। ਸਭ ਤੋਂ ਪਹਿਲਾਂ ਜੋ ਤੁਹਾਡਾ ਇੱਥੇ concentrated HNO3 ਤੇ HS2 ਹੈ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਨਾਈਟ੍ਰੇਟਿੰਗ ਮਿਕਸਚਰ, ਇਸ ਨੂੰ ਆਪਾਂ ਕੀ ਬੋਲਦੇ ਹਾਂ ਤੁਹਾਡਾ ਨਾਈਟ੍ਰੇਟਿੰਗ ਮਿਕਸਚਰ। ਇਹ ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੈਕਿੰਡ ਚੀਜ਼ ਚੈੱਕ ਕਰੋ ਕਿ ਜਦੋਂ ਤੁਹਾਡੀ ਬੈਂਜ਼ੀਨ ਦੀ ਨਾਈਟ੍ਰੇਸ਼ਨ ਹੁੰਦੀ ਹੈ ਤਾਂ ਮੈਂ ਤੁਹਾਨੂੰ ਪ੍ਰੋਡਕਟ ਵੈਸੇ ਦੱਸ ਦਿੰਦਾ ਹਾਂ ਕਿ ਜਦੋਂ ਤੁਹਾਡਾ ਬੈਂਜ਼ੀਨ ਦੇ ਵਿੱਚ ਤੁਸੀਂ ਆਪਣਾ ਨਾਈਟ੍ਰੇਟਿੰਗ ਮਿਕਸਚਰ ਐਡ ਕਰਦੇ ਹੋ ਤਾਂ ਪ੍ਰੋਡਕਟ ਤੁਹਾਡਾ ਕੀ ਬਣਦਾ ਹੈ ਉੱਥੇ ਨਾਈਟ੍ਰੋਬੈਂਜ਼ੀਨ। ਪ੍ਰੋਡਕਟ ਕੀ ਬਣਦਾ ਹੈ ਤੁਹਾਡਾ ਉੱਥੇ ਨਾਈਟ੍ਰੋਬੈਂਜ਼ੀਨ। ਦੇਖੋ ਹੁਣ ਬਣਦਾ ਕਿੱਦਾਂ ਹੈ, ਧਿਆਨ ਰੱਖਣਾ ਜੋ ਤੁਹਾਡਾ ਨਾਈਟ੍ਰਿਕ ਐਸਿਡ ਹੈ ਉਸ ਦਾ ਸਟਰਕਚਰ ਏਦਾਂ ਦਾ ਹੈ। ਦੇਖੋ ਕੈਨ ਨੂੰ ਆਪਾਂ ਇਸ ਨੂੰ ਐਸਿਡ ਬੋਲ ਰਹੇ ਹਾਂ, ਪਰ ਇਸ ਰਿਐਕਸ਼ਨ ਦੇ ਵਿੱਚ ਇਹ ਐਜ਼ ਅ ਬੇਸ ਦੀ ਤਰ੍ਹਾਂ ਐਕਟ ਕਰੇਗਾ।
ਰੀਜ਼ਨ ਕੀ ਹੈ, ਇੱਥੇ ਜੋ ਤੁਹਾਡਾ ਐਸਿਡ ਹੈ ਉਹ H2SO4 ਐਕਟ ਕਰੇਗਾ। ਰੀਜ਼ਨ ਕੀ ਹੈ ਕਿ ਜੋ H2SO4 ਹੈ ਆਪਣਾ ਪ੍ਰੋਟੋਨ ਡੋਨੇਟ ਕਰੇਗਾ ਤੁਹਾਡੇ ਨਾਈਟ੍ਰਿਕ ਐਸਿਡ ਨੂੰ। ਤਾਂ ਪ੍ਰੋਟੋਨ ਜਿੱਦਾਂ ਹੀ ਇਹਦੇ ਕੋਲ ਆਏਗਾ ਤਾਂ ਜੋ ਇਸਦਾ ਹਾਈਡਰੋਕਸੀ ਗਰੁੱਪ ਹੈ ਉਹ ਪ੍ਰੋਟੋਨੇਟ ਹੋ ਕੇ ਕਾਹਦੇ ਵਿੱਚ ਕਨਵਰਟ ਹੋ ਜਾਏਗਾ, ਤੁਹਾਡੇ ਵਾਟਰ ਮੋਲੀਕੂਲ ਦੇ ਵਿੱਚ ਕਨਵਰਟ ਹੋ ਜਾਏਗਾ। ਤਾਂ ਤੁਹਾਨੂੰ ਪਤਾ ਹੈ ਜੇ ਥੋੜਾ ਵਾਟਰ ਹੁੰਦਾ ਹੈ that act as a good living group, ਇਮੀਡੀਏਟਲੀ ਸਿਸਟਮ ਚੋਂ ਨਿਕਲ ਜਾਏਗਾ ਤਾਂ ਤੁਹਾਡਾ ਕੀ ਜਨਰੇਟ ਹੋਏਗਾ ਇੱਥੇ NO2 ਪੋਜ਼ਿਟਿਵ, ਜਿਸ ਨੂੰ ਤੁਸੀਂ ਕੀ ਬੋਲਦੇ ਹੋ ਤੁਹਾਡਾ ਨਾਈਟ੍ਰੋਨੀਅਮ ਆਇਨ, ਨਾਈਟ੍ਰੋਨੀਅਮ ਆਇਨ। ਤਾਂ ਇਹ ਤੁਹਾਡਾ ਐਜ਼ ਅ ਇਲੈਕਟ੍ਰੋਫਾਈਲ ਐਕਟ ਕਰਦਾ ਹੈ ਇਨ ਨਾਈਟ੍ਰੇਸ਼ਨ ਆਫ ਬੈਂਜ਼ੀਨ, ਜਿਸ ਕਰਕੇ ਜਦੋਂ ਤੁਸੀਂ ਬੈਂਜ਼ੀਨ ਦੀ ਰਿਐਕਸ਼ਨ ਨਾਈਟ੍ਰੇਟਿੰਗ ਮਿਕਸਚਰ ਦੇ ਨਾਲ ਕਰਵਾਉਂਦੇ ਹੋ ਤਾਂ ਜੋ ਤੁਹਾਡਾ ਇਲੈਕਟ੍ਰੋਫਾਈਲ ਹੈ NO2 ਉਹ ਤੁਹਾਡੇ ਬੈਂਜ਼ੀਨ ਦੇ ਨਾਲ ਜਾ ਕੇ ਅਟੈਚ ਹੋ ਜਾਂਦਾ ਹੈ। ਤਾਂ ਇਹ ਕਿਸ ਮੈਕੈਨਿਜ਼ਮ ਦੇ ਨਾਲ ਹੁੰਦਾ ਹੈ, ਤੁਹਾਡਾ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਇਲੈਕਟ੍ਰੋਫਿਲਿਕ ਕਿਉਂ ਹੈ, ਕਿਉਂਕਿ ਇਲੈਕਟ੍ਰੋਫਾਈਲ ਅਟੈਕ ਹੁੰਦਾ ਹੈ ਇੱਥੇ ਪਹਿਲੇ ਸਟੈਪ ਦੇ ਵਿੱਚ। ਸਬਸਟੀਟਿਊਸ਼ਨ ਕਿਉਂ ਹੈ ਕਿ ਇੱਕ ਹਾਈਡਰੋਜਨ ਤੁਹਾਡੀ ਇੱਥੇ ਨਾਈਟ੍ਰੋ ਗਰੁੱਪ ਦੇ ਨਾਲ ਰਿਪਲੇਸ ਹੋ ਜਾਂਦੀ ਹੈ ਤਾਂ ਜੋ ਤੁਹਾਡੀ ਬੈਂਜ਼ੀਨ ਹੁੰਦੀਆਂ ਨੇ ਉਹ ਤੁਹਾਡੀਆਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਨੂੰ ਜਨਰੇਟ ਕਰਦੀਆਂ ਨੇ। Question number 24. Among the following groups, which one is your ortho and para directing? Ortho para directing ਕਿਹੜੇ ਗਰੁੱਪ ਹੁੰਦੇ ਨੇ ਤੁਹਾਡੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਜਿਨ੍ਹਾਂ ਵਿੱਚ ਲੋਨ ਪੇਅਰ ਪ੍ਰੈਜ਼ੈਂਟ ਹੁੰਦੇ। ਠੀਕ ਹੈ, ਦੇਖੋ ਪਹਿਲਾ ਇਹਦੇ ਵਿੱਚ ਅਨਸੈਚੁਰੇਸ਼ਨ ਹੈ, ਇਹ ਕੀ ਹੈ ਤੁਹਾਡਾ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੈ, ਤਾਂ ਆਪਸ਼ਨ ਗਲਤ ਹੈ। ਇਹਦੇ ਵਿੱਚ ਦੇਖੋ ਅਗੇਨ ਤੁਹਾਡਾ ਡਬਲ ਬੌਂਡ ਪ੍ਰੈਜ਼ੈਂਟ ਹੈ, that is again your electron withdrawing group, ਮੈਟਾ ਡਾਇਰੈਕਟਿੰਗ ਆਏਗਾ। ਇੱਥੇ ਅਗੇਨ ਦੇਖੋ ਤੁਹਾਡਾ ਕਾਰਬਨ ਡਬਲ ਬੌਂਡ ਆਕਸੀਜਨ ਹੈ, ਅਗੇਨ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਹੈ। ਜੋ ਤੁਹਾਡਾ ਇੱਥੇ ਫੋਰਥ ਆਪਸ਼ਨ ਹੈ ਇੱਥੇ ਕੀ ਹੈ ਤੁਹਾਡਾ ਲੋਨ ਪੇਅਰ ਪ੍ਰੈਜ਼ੈਂਟ ਹੈ, ਲੋਨ ਪੇਅਰ ਪ੍ਰੈਜ਼ੈਂਟ ਹੋਣ ਕਰਕੇ ਇਟ ਵਿਲ ਐਕਟ ਐਜ਼ ਯੋਰ ਇਲੈਕਟ੍ਰੋਨ ਡੋਨੇਟਿੰਗ ਗਰੁੱਪ, ਮਤਲਬ ਇਹ ਕੀ ਕਰੇਗਾ ਤੁਹਾਡਾ ortho para directing nature ਨੂੰ show ਕਰੇਗਾ। that means 24 ਦਾ ਆਪਸ਼ਨ ਕੀ ਆਏਗਾ ਤੁਹਾਡਾ fourth option। Question number 25 ਕਹਿੰਦੇ ਮੈਟਾ ਡਾਇਰੈਕਟਿੰਗ ਕਿਹੜਾ ਹੈ। ਦੇਖੋ ਮੈਟਾ ਡਾਇਰੈਕਟਿੰਗ ਕਿਹੜੇ ਹੁੰਦੇ ਨੇ ਤੁਹਾਡੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਜਿਨ੍ਹਾਂ ਵਿੱਚ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੁੰਦੀ ਹੈ। ਤਾਂ ਜੋ ਤੁਹਾਡਾ ਫਸਟ ਆਪਸ਼ਨ ਹੈ ਦੇਖੋ ਮਿਥਾਈਲ ਗਰੁੱਪ ਹੈ ਜੋ ਤੁਹਾਡਾ ਪਲੱਸ ਹਾਈਪਰ ਕੰਜੂਗੇਟਿੰਗ ਸਟਰਕਚਰ ਤੇ ਇੰਡਕਟਿਵ ਇਫੈਕਟ ਸ਼ੋ ਕਰਦਾ ਹੈ, ਇਲੈਕਟ੍ਰੋਨ ਡੋਨੇਟਿੰਗ ਹੁੰਦੇ ਨੇ। ਸੈਕਿੰਡ ਤੇ ਦੇਖੋ ਅਨਸੈਚੁਰੇਸ਼ਨ ਪ੍ਰੈਜ਼ੈਂਟ ਹੈ that means ਇਲੈਕਟ੍ਰੋਨ ਵਿਦਡਰਾਇੰਗ ਹੋਏਗਾ, that means ਸੈਕਿੰਡ ਆਪਸ਼ਨ ਤੁਹਾਡਾ ਸਹੀ ਹੈ। ਥਰਡ ਆਪਸ਼ਨ ਦੇਖੋ ਇੱਥੇ ਲੋਨ ਪੇਅਰ ਪ੍ਰੈਜ਼ੈਂਟ ਨੇ, ਲੋਨ ਪੇਅਰ ਕੀ ਹੁੰਦੇ ਨੇ ਤੁਹਾਡੇ ਇਲੈਕਟ੍ਰੋਨ ਡੋਨੇਟਿੰਗ ਨੇ। ਨਾਈਟ੍ਰੋਜਨ ਤੇ ਲੋਨ ਪੇਅਰ ਪ੍ਰੈਜ਼ੈਂਟ ਨੇ that are again your electron donating group, ਤਾਂ ਕਰਕੇ ਇਸ ਦਾ ਸਹੀ ਆਪਸ਼ਨ ਕੀ ਆਏਗਾ ਮੈਟਾ ਡਾਇਰੈਕਟਿੰਗ ਕਿਹੜਾ ਹੈ ਤੁਹਾਡਾ ਸੈਕਿੰਡ ਹੈ ਜੋ ਬੈਂਜ਼ੀਨ ਤੋਂ ਇਲੈਕਟ੍ਰੋਨ ਆਪਣੀ ਤਰਫ ਕੀ ਕਰੇਗਾ ਅਟਰੈਕਟ ਕਰੇਗਾ।